ਹਾਲੇਲੂਇਆ। ਅਸੀਂ ਪਰਮੇਸ਼ਰ ਦੇ ਵਚਨ ਦੇ ਸਹਾਰੇ ਦੇ ਨਾਲ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰ ਸਕਦੇ ਹਾਂ। ਹਾਲੇਲੂਇਆ ਹਾਲੇਲੂਇਆ। ਇਸ ਤੋਂ ਪਹਿਲਾਂ ਕਿ ਅਸੀਂ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰੀਏ, ਪਿਛਲੇ ਸਮੇਂ ਆਪਾਂ ਇੱਕ ਵਚਨ ਤੁਸੀਂ ਸੁਣਿਆ ਹੈ, ਜੇ ਨਹੀਂ ਜਿਨ੍ਹਾਂ ਨੇ ਸੁਣਿਆ YouTube ਦੇ ਉੱਪਰ ਉਹਨੂੰ ਅਪਲੋਡ ਕਰਕੇ ਪਾਤਾ ਸੀ, ਕਿਰਪਾ ਨੂੰ ਵਚਨ ਨੂੰ ਜ਼ਰੂਰ ਸੁਣਿਆ ਜੀ, ਕਿਉਂਕਿ ਅੱਜ ਜੋ ਆਪਾਂ ਵਚਨ ਸੁਣਨਾ ਹੈ, ਜਿਹੜਾ ਅੱਜ ਤੁਸੀਂ ਵਚਨ ਸੁਣੋਗੇ ਉਹ ਪਹਿਲਾਂ ਸੁਣਿਆ ਹੋਇਆ ਵਚਨ ਉਹ ਲਾਗੂ ਕਿਵੇਂ ਹੋਏਗਾ, ਉਹ ਵਚਨ ਕਦੋਂ ਕੰਮ ਕਰਨਾ ਸ਼ੁਰੂ ਕਰਨਗੇ। ਅੱਜ ਦਾ ਵਚਨ ਉਹਨਾਂ ਵਚਨਾਂ ਨੂੰ ਖੋਲੇਗਾ। ਹਾਲੇਲੂਇਆ। ਜਾਣਦੇ ਕਈ ਵਾਰੀ ਸਾਡੇ ਜੀਵਨ ਦੇ ਅੰਦਰ ਬਹੁਤ ਸਾਰੀਆਂ ਕਮੀਆਂ, ਅਸੀਂ ਕਮੀਆਂ ਹੋਣ ਦੇ ਕਾਰਨ, ਸਾਡੀ ਜ਼ਿੰਦਗੀ 'ਚ ਕੁਝ ਨਾ ਕੁਝ ਗਲਤ ਹੋਣ ਦੇ ਕਾਰਨ ਫਿਰ ਵੀ ਅਸੀਂ ਸ਼ੈਤਾਨ ਨਾਲ ਲੜਦੇ ਹਾਂ, ਫਿਰ ਵੀ ਉਸ ਨੂੰ ਡਾਂਟਦੇ ਹਾਂ। ਪਰ ਜਦੋਂ ਜਾਂਦਾ ਨਹੀਂ ਨਾ, ਪਰੇਸ਼ਾਨੀਆਂ ਜਾਂਦੀਆਂ ਨਹੀਂ, ਤਾਂ ਸਾਡੇ ਅੰਦਰ ਸ਼ੱਕ ਪੈਦਾ ਹੋ ਜਾਂਦਾ ਹੈਗਾ, ਲੱਗਦਾ ਪ੍ਰਭੂ ਹੁਣ ਮੇਰੀ ਦੁਆ ਨਹੀਂ ਸੁਣਦਾ। ਹਾਲੇਲੂਇਆ। ਏਦਾਂ ਨਹੀਂ ਹੈ ਕਿ ਤੁਸੀਂ ਬੋਲੋ ਤੇ ਹੋਵੇ ਨਾ। ਹਾਲੇਲੂਇਆ। ਆਪਾਂ ਪਿਛਲੇ ਸੰਡੇ ਬੱਚਿਆਂ ਨੂੰ ਸੁਣਿਆ ਸੀ ਨਾ, ਉਹੀ ਵਿਸ਼ਵਾਸ ਦੀ ਆਤਮਾ ਸਾਡੇ ਅੰਦਰ ਹੈ। ਕਿਹੜੇ ਵਿਸ਼ਵਾਸ ਦੀ ਆਤਮਾ? ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਅੰਦਰ ਹੈ। ਉਹ ਵਿਸ਼ਵਾਸ ਕੀ ਹੈ? ਉਹਨੇ ਕਿਹਾ ਅੰਧਕਾਰ ਵਿੱਚ ਜੋਤੀ ਚਮਕੇ ਤੇ ਜੋਤੀ ਚਮਕੀ। ਉਹੀ ਵਿਸ਼ਵਾਸ ਦੀ ਆਤਮਾ ਸਾਡੇ ਅੰਦਰ ਹੈ, ਮੇਰੇ ਅੰਦਰ ਹੈ, ਤੁਹਾਡੇ ਅੰਦਰ ਹੈ। ਹੁਣ ਜਦੋਂ ਤੁਸੀਂ ਉਹੀ ਵਿਸ਼ਵਾਸ ਦੀ ਆਤਮਾ ਨੂੰ ਲੈ ਕੇ ਬੋਲੋਗੇ ਤਾਂ ਉਵੇਂ ਹੀ ਹੋਵੇਗਾ ਜਿਵੇਂ ਪ੍ਰਭੂ ਨੇ ਕਿਹਾ ਸੀ ਕਿ ਹੋਇਆ। ਹਾਲੇਲੂਇਆ। ਜਦ ਮੈਂ ਪ੍ਰਾਰਥਨਾ ਕਰਦਾ ਸੀਗਾ ਤਾਂ ਮੈਂ ਪ੍ਰਭੂ ਨੂੰ ਪੁੱਛ ਰਿਹਾ ਸੀ, ਪ੍ਰਭੂ ਉਹੀ ਵਿਸ਼ਵਾਸ ਦੀ ਆਤਮਾ ਅੱਜ ਮੇਰੇ ਅੰਦਰ ਹੈ, ਉਹੀ ਵਿਸ਼ਵਾਸ ਦੀ ਆਤਮਾ ਕਲੀਸਿਆ ਦੇ ਅੰਦਰ ਹੈ, ਤਾਂ ਫਿਰ ਪ੍ਰਭੂ ਉਵੇਂ ਕਿਉਂ ਨਹੀਂ ਹੁੰਦਾ ਜਿਵੇਂ ਤੇਰੇ ਅੰਦਰ ਵਿਸ਼ਵਾਸ ਹੋਣ ਦੇ ਕਾਰਨ ਤੂੰ ਬੋਲਿਆ ਪ੍ਰਕਾਸ਼ ਹੋਏ ਤੇ ਪ੍ਰਕਾਸ਼ ਹੋਇਆ। ਹਾਲੇਲੂਇਆ। ਔਰ ਜਾਣਦੇ ਆ ਪ੍ਰਭੂ ਨੇ ਇੱਕ ਘਟਨਾ ਮੇਰੇ ਮਨ ਦੇ ਅੰਦਰ ਪਾਈ, ਬੜੇ ਧਿਆਨ ਨਾਲ ਸੁਣਨਾ। ਸਿਕਵਾ ਨਾਮ ਦਾ ਇੱਕ ਵਿਅਕਤੀ ਹੈ, ਬਾਈਬਲ ਦੇ ਅੰਦਰ 14 ਜ਼ਿਕਰ ਹੁੰਦਾ ਹੈ। ਉਹਦੇ ਜਿਹੜੇ ਪੁੱਤਰ ਹੈ ਨਾ, ਉਹ ਦੇਖ ਰਹੇ ਹੈ ਕਿ ਪੌਲਸ ਕਹਿ ਰਿਹਾ ਹੈਗਾ ਦੁਸ਼ਟ ਆਤਮੇ ਨੂੰ ਇਹਨਾਂ ਚੋਂ ਨਿਕਲ ਜਾ, ਤੇ ਦੁਸ਼ਟ ਆਤਮੇ ਚੀਕਾਂ ਮਾਰ ਕੇ ਨਿਕਲ ਰਹੇ। ਪੌਲਸ ਕਹਿ ਰਿਹਾ ਹੈ ਯਿਸੂ ਮਸੀਹ ਦੇ ਨਾਮ ਹੈ ਈਵਲ ਸਪਿਰਿਟ, ਦੁਸ਼ਟ ਆਤਮਾ ਇਸ ਬਾਡੀ ਚੋਂ ਨਿਕਲ ਜਾ, ਤੇ ਦੁਸ਼ਟ ਆਤਮਾ ਨਿਕਲ ਰਿਹਾ ਹੈਗਾ। ਜਿਹੜੇ ਉਹ ਵਿਅਕਤੀ ਹੈ ਨਾ, ਉਹ ਕਹਿੰਦੇ ਤਾਂ ਕੰਮ ਹੀ ਬੜਾ ਸੌਖਾ। ਹਾਲੇਲੂਇਆ। ਇਹ ਕੰਮ ਹੀ ਬੜਾ ਸੌਖਾ, ਕੁੱਤਾ ਹੀ ਕੱਢਣੀ ਗੱਲ ਹੈ। ਪੌਲਸ ਕੱਢਦਾ ਪਿਆ, ਇੱਕ ਨਾਮ ਜਾਣਦੇ ਯਿਸੂ ਦੇ ਨਾਮ 'ਚ ਨੇ ਬੋਲਿਆ, ਆਪਾਂ ਵੀ ਬੋਲ ਦਾਂਗੇ, ਕੁੱਤਾ ਨਿਕਲ ਜਾਣਗੀਆਂ। ਹੁਣ ਧਿਆਨ ਨਾਲ ਸੁਣੀਏ। ਹਾਲੇਲੂਇਆ। ਉਹ ਵਿਅਕਤੀ ਚਲੇ ਜਾਂਦੇ, ਇੱਕ ਦੁਸ਼ਟ ਆਤਮਾ ਜਿਸ ਵਿਅਕਤੀ ਦੇ ਅੰਦਰ ਉਹਦੇ ਘਰੇ ਜਾ ਵੜਦੇ ਔਰ ਉੱਥੇ ਜਾ ਕੇ ਬੋਲਣ ਲੱਗ ਪੈਂਦੇ। ਦੁਸ਼ਟ ਆਤਮੇ ਨੂੰ ਕਹਿੰਦੇ, ਇਹ ਦੁਸ਼ਟ ਆਤਮੇ ਅਸੀਂ ਤੈਨੂੰ ਹੁਕਮ ਕਰਦੇ ਹਾਂ ਯਿਸੂ ਮਸੀਹ ਦੇ ਨਾਮ 'ਚ, ਜਿਹਦੀ ਪੌਲਸ ਮਨਾਦੀ ਕਰਦਾਗਾ, ਉਹਦੇ ਨਾਮ 'ਚ ਨਿਕਲ ਜਾਓ। ਦੁਸ਼ਟ ਆਤਮੇ ਕਹਿੰਦੇ ਯਿਸੂ ਨੂੰ ਮੈਂ ਜਾਣਦੀ ਆ ਤੇ ਪੌਲਸ ਨੂੰ ਮੈਂ ਪਹਿਚਾਣਦੀ ਆ, ਤੁਸੀਂ ਕੌਣ ਹੋ? ਕਿਉਂਕਿ ਜਿਹੜੇ ਉਹ ਹੈ ਦੁਸ਼ਟ ਆਤਮਾ ਕੱਢਣ ਗਏ, ਉਹਨਾਂ ਦਾ ਖੁਦਾ ਦੇ ਨਾਲ ਰਿਲੇਸ਼ਨ ਨਹੀਂ ਹੈ, ਉਹ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ, ਉਹਨਾਂ ਦਾ ਜੀਵਨ ਨਹੀਂ ਹੈ। ਔਰ ਜਾਣਦੇ ਹੋਇਆ ਕਿ ਜਦ ਉਹਨਾਂ ਨੇ ਆਪਣੀ ਤਾਕਤ ਦੇ ਨਾਲ ਏਦਾਂ ਵੀ ਯਿਸੂ ਨਾਮ 'ਚ ਹੋ ਜਾਏਗਾ, ਪੌਲਸ ਕਹਿੰਦਾ ਤੇ ਸਾਡੇ ਨਾਲ ਆਖੇ ਕਿਉਂ ਨਾ ਹੋਏਗਾ। ਦੇਖੀਏ ਪੌਲਸ ਦੇ ਕਹਿਣ ਤੇ ਕਿਉਂ ਹੁੰਦਾ ਸੀਗਾ ਤੇ ਇਹਨਾਂ ਦੇ ਕਹਿਣ ਤੇ ਕਿਉਂ ਨਹੀਂ ਹੋਇਆ। ਇੱਕ ਰੀਜ਼ਨ ਹੈ। ਉਹ ਰੀਜ਼ਨ ਕੀ ਆ? ਪੌਲਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਢਾਲਿਆ। ਉਹਨੇ ਕੀ ਕਿਹਾ? ਮੈਂ ਮਰ ਚੁੱਕਾ ਹਾਂ, ਮਸੀਹ ਮੇਰੇ 'ਚ ਜਿਉਂਦਾ ਹੈ। ਹਾਲੇਲੂਇਆ। ਉਹਨੇ ਬਪਤਿਸਮਾ ਲਿਆ, ਵਿਸ਼ਵਾਸ ਕਰਕੇ ਬਪਤਿਸਮਾ ਲਿਆ, ਆਪਣੇ ਪੁੱਠੇ ਕੰਮ ਛੱਡ ਕੇ ਸਹੀ ਤਰੀਕੇ ਨਾਲ ਚੱਲ ਰਿਹਾ ਹੈ। ਤਾਂ ਕਰਕੇ ਜਦ ਪੌਲਸ ਬੋਲਦਾ ਹੈ ਤਾਂ ਉਹਦੇ ਬੋਲਾਂ ਦੇ ਪਿੱਛੇ ਇੱਕ ਮਹਾਨ ਸਾਮਰਥ ਹੈਮਨ ਤੋਂ ਉੱਪਰ ਹੁੰਦੀ ਹੈ, ਤਾਂ ਦੁਸ਼ਟ ਆਤਮੇ ਨਿਕਲਦੇ ਆ। ਪੌਲਸ ਕਰਕੇ ਨਹੀਂ ਨਿਕਲ ਰਹੇ, ਪੌਲਸ ਕਰਕੇ ਨਹੀਂ ਨਿਕਲ ਰਹੇ, ਨਾ ਹੀ ਪੌਲਸ ਕਹਿ ਰਿਹਾ ਤਾਂ ਨਿਕਲ ਰਹੇ, ਕਿਉਂਕਿ ਪੌਲਸ ਦਾ ਉਹਦੇ ਨਾਲ ਇੱਕ ਰਿਸ਼ਤਾ ਹੈ ਜਿਸ ਅਭਿਸ਼ੇਕ ਨੂੰ ਦੇਖ ਕੇ ਦੁਸ਼ਟ ਆਤਮੇ ਨਿਕਲਦੇ। ਹਾਲੇਲੂਇਆ। ਹੁਣ ਸਿਕਵਾ ਦੇ ਜਿਹੜੇ ਬੇਟੇ, ਇਹਨਾਂ ਦਾ ਰਿਸ਼ਤਾ ਖੁਦਾ ਨਾਲ ਨਹੀਂ ਹੈ, ਨਾ ਹੀ ਇਹਨਾਂ ਨੇ ਬਪਤਿਸਮਾ ਪਾਇਆ ਹੈ, ਨਾ ਹੀ ਇਹਨਾਂ ਨੇ ਤੋਬਾ ਕੀਤੀ ਹੈ। ਹਾਲੇਲੂਇਆ। ਔਰ ਜਾਣਦੇ ਦੁਸ਼ਟ ਆਤਮਾ ਨੇ ਜਦੋਂ ਉਹਨੂੰ ਕਿਹਾ ਕਿ ਅਸੀਂ ਪੌਲਸ ਨੂੰ ਜਾਣਦੇ ਹਾਂ ਤੇ ਯਿਸੂ ਨੂੰ ਪਹਿਚਾਣਦੇ ਹਾਂ, ਤੇ ਦੁਸ਼ਟ ਆਤਮਾ ਨੇ ਕਿਹਾ ਤੁਸੀਂ ਕੌਣ? ਉਹਨਾਂ ਦੇ ਉੱਪਰ ਅਟੈਕ ਕੀਤਾ।
ਜਿਹੜੇ ਸਿੱਖਵਾ ਦੇ ਬੇਟੇ ਸੀ ਉਹਨਾਂ ਉੱਪਰ ਕੀਤਾ ਅਟੈਕ ਕੀਤਾ। ਅਟੈਕ ਮਤਲਬ ਉਹਨਾਂ ਦੇ ਗਲ ਪੈ ਕੇ ਉਹਨਾਂ ਨੂੰ ਘਾਇਲ ਕੀਤਾ, ਉਹਨਾਂ ਨੂੰ ਮਾਰਿਆ, ਉਹਨਾਂ ਦੇ ਕੱਪੜੇ ਫਾੜ ਦਿੱਤੇ ਔਰ ਕੁੱਟ-ਕੁੱਟ ਕੇ ਆਪਣੇ ਘਰ ਚੋਂ ਬਾਹਰ ਕੱਢ ਦਿੱਤਾ। ਹਾਲੇਲੂਇਆ। ਕਿਉਂ? ਇਹਨਾਂ ਦਾ ਖੁਦਾ ਨਾਲ ਰਿਸ਼ਤਾ ਸਹੀ ਨਹੀਂ ਹੈ। ਯਿਸੂ ਦੇ ਨਾਮ ਨੂੰ ਤਾਂ ਜਾਣਦੇ ਆ, ਯਿਸੂ ਦੇ ਸੇਵਕਾਂ ਦੇ ਨਾਮ ਵੀ ਜਾਣਦੇ ਆ, ਪਰ ਆਪ ਦਾ ਉਹਦੇ ਨਾਲ ਰਿਸ਼ਤਾ ਨਹੀਂ ਸੀ, ਤਾਂ ਕਰਕੇ ਉਹ ਕੰਮ ਹੋਏ ਨਹੀਂ। ਪੌਲੁਸ ਦਾ ਇੱਕ ਰਿਸ਼ਤਾ ਸੀਗਾ। ਹਾਲੇਲੂਇਆ। ਹੁਣ ਧਿਆਨ ਨਾਲ ਸੁਣੀਏ, ਜੋ ਵਚਨ ਤੁਸੀਂ ਪਿਛਲੇ ਹਫ਼ਤੇ ਸੁਣਿਆ ਹੈ ਉਹ ਕੰਮ ਕਦੋਂ ਕਰੇਗਾ? ਜਦੋਂ ਤੁਹਾਡਾ ਜੈਨੂਅਨ ਰਿਸ਼ਤਾ ਪਰਮੇਸ਼ਵਰ ਦੇ ਨਾਲ ਹੋਇਆ। ਹਾਲੇਲੂਇਆ। ਜਦੋਂ ਤੁਹਾਡਾ ਸਹੀ ਰਿਸ਼ਤਾ ਪਰਮੇਸ਼ਵਰ ਦੇ ਨਾਲ ਹੋਇਆ। ਜਾਣਦੇ ਜਦ ਅਸੀਂ ਮਸੀਹ ਵਿੱਚ ਆਉਂਦੇ ਹਾਂ ਸਾਡਾ ਰਿਸ਼ਤਾ ਠੀਕ ਹੁੰਦਾ ਹੈ ਪ੍ਰਭੂ ਦੇ ਨਾਲ। ਅਸੀਂ ਬੜੇ ਵਧੀਆ ਚੱਲ ਰਹੇ ਹੁੰਦੇ ਹਾਂ, ਅਸੀਂ ਵਧੀਆ ਪ੍ਰਾਰਥਨਾ ਕਰ ਰਹੇ ਹੁੰਦੇ ਆ, ਦਾਨ ਦਸ਼ਵਾਂਸ਼ ਵੀ ਦੇ ਰਹੇ ਹੁੰਦੇ ਆ, ਚਰਚ ਵੀ ਆ ਰਹੇ ਹੁੰਦੇ ਆ, ਗੀਤ ਭਜਨ ਵੀ ਗਾ ਰਹੇ ਹੁੰਦੇ ਆ, ਬਾਈਬਲ ਵੀ ਪੜ੍ਹ ਰਹੇ ਹੁੰਦੇ ਆ। ਸਾਡਾ ਇੰਨਾ ਫੋਕਸ ਹੁੰਦਾ ਹੈ ਪ੍ਰੇਅਰ ਦੇ ਉੱਪਰ, ਆਪਣੇ ਟਾਈਮ ਟੇਬਲ ਤੇ ਬੈਠ ਕੇ ਪ੍ਰਾਰਥਨਾ ਕਰਦੇ ਆ। ਪਰ ਚੱਲਦੇ 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 ਇੱਕ ਦਿਨ ਸਾਡਾ ਜਿਹੜਾ ਉਹ ਪਹਿਲਾ ਵਾਲਾ ਫੋਕਸ ਉਹ ਖਤਮ ਹੋ ਜਾਂਦਾ ਹੈ। ਹੋ ਸਕਦਾ ਅਸੀਂ ਸੰਸਾਰ 'ਚ ਜ਼ਿਆਦਾ ਉਲਝ ਗਏ ਹੋਈਏ, ਹੋ ਸਕਦਾ ਹੈ ਕੋਈ ਸੰਸਾਰਿਕ ਚੀਜ਼ਾਂ ਦੇ ਕਾਰਨ ਜਿਨ੍ਹਾਂ ਨੇ ਸਾਨੂੰ ਅਟਰੈਕਟ ਕੀਤਾ, ਆਪਣੇ ਵੱਲ ਆਕਰਸ਼ਿਤ ਕੀਤਾ ਔਰ ਉਸ ਤੋਂ ਅਸੀਂ ਫੋਕਸ ਤੋਂ ਹਟ ਗਏ ਹੋਈਏ। ਦੇਖੀਏ ਜਦ ਅਸੀਂ ਚੱਲ ਰਹੇ ਹੁੰਦੇ ਆ ਨਾ ਤਾਂ ਸ਼ੈਤਾਨ ਕੋਸ਼ਿਸ਼ ਕਰਦਾ ਤੁਹਾਨੂੰ ਤੁਹਾਡੇ ਨਿਸ਼ਾਨੇ ਤੋਂ ਡੇਗਣ ਦੀ ਕੀ ਕਰੇਗਾ? ਕੋਸ਼ਿਸ਼ ਕਰੇਗਾ। ਹਾਲੇਲੂਇਆ। ਅਚਾਨਕ ਤੁਹਾਡੀ ਪ੍ਰੇਅਰ ਘੱਟ ਹੋ ਜਾਂਦੀ ਹੈ, ਅਚਾਨਕ ਤੁਹਾਡਾ ਬਾਈਬਲ ਪੜ੍ਹਨਾ ਘੱਟ ਹੋ ਜਾਂਦਾ ਹੈ, ਅਚਾਨਕ ਤੁਹਾਡਾ ਪ੍ਰਾਰਥਨਾ ਟਾਈਮ ਟੇਬਲ ਜਿਹੜਾ ਗੜਬੜੀ ਚ ਆ ਜਾਂਦਾ। ਚਲ ਕੋਈ ਨਾ ਅੱਜ ਲੇਟ ਹੀ ਕਰ ਲੈਂਦੇ ਆ ਪ੍ਰਾਰਥਨਾ। ਹਾਲੇਲੂਇਆ। ਹੌਲੀ 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 ਸੰਸਾਰ 'ਚ ਚੱਲਦੇ ਚੱਲਦੇ, ਸੰਸਾਰ 'ਚ ਜਾਂਦੇ ਜਾਂਦੇ ਅਸੀਂ ਉਹਦੇ ਕੋਲੋਂ ਕੀ ਹੋ ਜਾਂਦੇ ਆ? ਦੂਰ ਹੋ ਜਾਂਦੇ ਆ। ਕੀ ਹੋ ਜਾਂਦੇ ਆ? ਉਹ ਨਹੀਂ ਹੁੰਦਾਗਾ। ਪਰਮੇਸ਼ਵਰ ਆਪਣੇ ਤੋਂ ਦੂਰ ਨਹੀਂ ਹੁੰਦਾਗਾ। ਪਰਮੇਸ਼ਵਰ ਇੱਥੇ ਖੜਾ ਹੈ ਨਾ ਤਾਂ ਇੱਥੇ ਹੀ ਖੜਾ ਹੈ, ਤੁਸੀਂ ਉਹਦੇ ਲਾਗੇ ਜਾਣਾ ਹੈ। ਹਾਲੇਲੂਇਆ। ਸੰਸਾਰ ਦੀਆਂ ਚੀਜ਼ਾਂ ਸਾਨੂੰ ਪ੍ਰਭੂ ਤੋਂ ਹੌਲੀ 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 ਕਰਦੇ ਦੂਰ ਲੈ ਜਾਂਦੀਆਂ ਨੇ। ਇੱਕ ਦਿਨ ਸਾਡਾ ਪ੍ਰੇਮ ਫਿੱਕਾ ਪੈ ਜਾਂਦਾ ਹੈ। ਪ੍ਰਕਾਸ਼ਿਤ ਵਾਕਿਆ ਵਿੱਚ ਪਰਮੇਸ਼ਵਰ ਨੇ ਕਲੀਸਿਆਵਾਂ ਦੇ ਜਿਹੜੇ ਪਾਸਵਾਨ ਸੀ ਉਹਨਾਂ ਨੂੰ ਕਿਹਾ, ਕਹਿੰਦਾ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਦਿੱਤਾ ਹੈ। ਕੀ ਕਰ ਦਿੱਤਾ? ਪਹਿਲਾ ਪ੍ਰੇਮ ਕਿਉਂ ਛੱਡ ਦਿੱਤਾ? ਤੁਹਾਨੂੰ ਮੈਂ ਦੱਸਦਾ। ਜਿਵੇਂ ਹੀ ਅਸੀਂ ਵੱਧਦੇ ਹਾਂ, ਜੇ ਅਸੀਂ ਉਹਦੇ ਉੱਪਰ ਯਤਨ ਦੇ ਨਾਲ ਫੋਕਸ ਨਾ ਕੀਤਾ, ਤਕੜਾਈ ਦੇ ਨਾਲ ਫੋਕਸ ਨਾ ਕੀਤਾ, ਸਾਡਾ ਧਿਆਨ ਸੰਸਾਰਿਕ ਚੀਜ਼ਾਂ ਦੇ ਪਿੱਛੇ ਚਲਾ ਗਿਆ ਤਾਂ ਹੌਲੀ 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 ਹੌਲੀ, ਇੱਕੇ ਵਾਰੀ ਨਹੀਂ, ਹਾਲੇਲੂਇਆ, ਇੱਕੇ ਵਾਰੀ ਨਹੀਂ, ਹੌਲੀ 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 ਕਰਦੇ ਅਸੀਂ ਖੁਦਾ ਤੋਂ ਕਿਉਂ ਜਾਂਦੇ ਆ? ਦੂਰ। ਫਿਰ ਮਨ 'ਚ ਕਿਉਂ ਲਾ ਪੈਂਦੇ ਆ? ਸ਼ੰਕਾ, ਸ਼ਾਇਦ ਹੁਣ ਪਰਮੇਸ਼ਰ ਮੇਰੀ ਪ੍ਰਾਰਥਨਾ ਨਹੀਂ ਸੁਣਦਾ, ਪ੍ਰਭੂ ਨੇ ਮੈਨੂੰ ਛੱਡ ਦਿੱਤਾ। ਹਾਲੇਲੂਇਆ। ਸਾਡਾ ਵਿਸ਼ਵਾਸ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇਹਨਾਂ ਹਾਲਾਤਾਂ ਵਿੱਚ ਕੀ ਕੀਤਾ ਜਾਏ? ਜੇ ਇਦਾਂ ਦੇ ਹਾਲਾਤ ਅੱਜ ਤੁਹਾਡੇ ਜੀਵਨ ਦੇ ਵਿੱਚ ਬਣੇ ਹੋਏ ਆ ਤਾਂ ਫਿਰ ਉਹਦੇ ਵਾਸਤੇ ਕੀ ਕੀਤਾ ਜਾਏ? ਆਈਏ ਇੱਕ ਵਚਨ ਪੜਾਂਗੇ ਆਪਾਂ, ਯਾਕੂਬ ਦੀ ਕਿਤਾਬ 4 ਅਧਿਆਏ 7 ਵਚਨ। ਪਹਿਲਾਂ ਨੂੰ ਪੰਜਾਬੀ ਚ ਪੜੋ, ਫਿਰ ਆਪਾਂ ਇਹਨੂੰ ਹਿੰਦੀ ਵਿੱਚ ਵੀ ਪੜਾਂਗੇ। ਆਪਣੇ ਆਪ ਨੂੰ ਪਰਮੇਸ਼ਰ ਸਾਹਮਣੇ ਸਮਰਪਿਤ ਕਰੋ, ਦੁਸ਼ਟ ਦਾ ਸਾਹਮਣਾ ਕਰੋ, ਤੁਹਾਡੇ ਕੋਲੋਂ ਭੱਜ ਜਾਵੇਗਾ। ਅੱਗੇ ਪਰਮੇਸ਼ਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਆਮੀਨ। ਹੁਣ ਇੱਥੇ ਪਹਿਲਾ ਜਿਹੜਾ ਸਟੈਪ ਹੈ ਉਹ ਪਰਮੇਸ਼ਵਰ ਦਾ ਨਹੀਂ ਹੈ, ਉਹ ਕਿਹਦਾ ਹੈ? ਬੋਲੋ ਮੇਰਾ। ਸਾਰੇ ਬੋਲੀਏ ਮੇਰਾ। ਪਹਿਲਾਂ ਮੈਂ ਹੀ ਜਾਣਾ ਖੁਦਾ ਦੇ ਲੱਗੇ। ਹਾਲੇਲੂਇਆ। वचन कहता परमेश्वर के निकट आओ वह भी तुम्हारे निकट आएगा। हुण आप 100 किलोमीटर दूर खड़े हैं परमेश्वर तो कह रहे हैं प्रभु आ मेरे नेड़े आ, आप नहीं आ रहे। हालेलुया। किन्नू कह रहे हैं? खेचल दे रहे हैं प्रभु ਨੂੰ। और ਤੁਹਾਨੂੰ पता है ਜਦੋਂ ਅਸੀਂ परमेश्वर ਤੋਂ दूर ਹੁੰਨੇ ਤਾਂ ਹੁੰਦਾ ਕੀ ਹੈ? ਉਦੋਂ ਸ਼ੈਤਾਨ ਕੰਮ ਕਰਨਾ ਸ਼ੁਰੂ ਕਰਦਾ, ਨੈਗੇਟਿਵ ਗੱਲਾਂ ਪਾਉਣੀਆਂ ਸ਼ੁਰੂ ਕਰਦਾ ਹੈ। ਪਰਮੇਸ਼ਵਰ ਅਦਨ ਦੀ ਵਾਟਿਕਾ 'ਚ ਆਪਾਂ ਇਹ ਚੀਜ਼ ਦੇਖ ਰਹੇ ਹਾਂ। ਅਦਨ ਦੀ ਵਾਟਿਕਾ 'ਚ ਹੋਇਆ ਕੀ ਸੀਗਾ?
ਉਹਦਾ ਜਿਹੜਾ ਸਹਾਇਕ ਸੀ ਨਾ, ਉਹਦਾ ਪਤੀ ਜਿਹੜਾ ਸੀ ਹਵਾ ਦਾ, ਉਹ ਵੀ ਉਹਦੇ ਲਾਗੇ ਨਹੀਂ ਸੀਗਾ। ਹਾਲੇਲੂਇਆ। ਉਹ ਵੀ ਉਹਦੇ ਲਾਗੇ ਨਹੀਂ ਸੀਗਾ। ਔਰ ਜਾਣਦੇ ਆ ਜ਼ਿਆਦਾਤਰ ਆਪਾਂ ਦੋਸ਼ ਕਿਹਦਾ ਕੱਢਦੇ ਆ? ਕਿਹਦਾ ਦੋਸ਼ ਜ਼ਿਆਦਾ ਕੱਢਦੇ ਆਪਾਂ? ਬੋਲੀਏ। ਆਦਮ ਦਾ ਕੱਢਦੇ, ਹਵਾ ਦਾ ਕੱਢਦੇ ਆ? ਹਾਂਜੀ, ਹਵਾ ਦਾ ਕੱਢਦੇ ਆ। ਅਸਲ 'ਚ ਦੋਸ਼ ਕਿਹਦਾ ਸੀਗਾ? ਆਦਮ ਦਾ। ਆਦਮ ਦਾ ਦੋਸ਼ ਕਿਉਂ ਸੀਗਾ? ਕੋਈ ਦੱਸ ਸਕਦਾ? ਹਾਂ, ਆਦਮ ਨੂੰ ਨੇ ਕਿਹਾ ਸੀ, ਆਦਮ ਨੂੰ ਕਿਹਾ, ਹੇ ਆਦਮ ਇਹਦੀ ਰਾਖੀ ਕਰੀ, ਇਹਦੀ ਵਾਹੀ ਕਰੀ। ਆਦਮ ਨੇ ਰਾਖੀ ਕਿਹਦੀ ਕਰਨੀ ਸੀ? ਕੱਲੇ ਬਾਗ ਦੀ ਰਾਖੀ ਥੋੜੀ ਕਰਨੀ ਸੀ। ਰੁੱਖ ਕਿਹੜਾ ਕਿਤੇ ਉੱਡ ਕੇ ਚਲਾ ਜਾਏਗਾ? ਰੁੱਖ ਤਾਂ ਜਿੱਥੇ ਲੱਗਾ ਉੱਥੇ ਹੀ ਲੱਗਾ ਰਹੇਗਾ। ਹਾਲੇਲੂਇਆ। ਪਰਮੇਸ਼ਵਰ ਨੇ ਇੱਕ ਜ਼ਿੰਮੇਵਾਰੀ ਦਿੱਤੀ ਸੀ, ਹੇ ਆਦਮ। ਹੁਣ ਆਦਮ ਨੇ ਆਪਣੀ ਵਾਈਫ ਦੀ ਰਾਖੀ ਨਹੀਂ ਕੀਤੀ ਗਈ। ਹਵਾ ਕਿੱਥੇ ਹੈ? ਆਦਮ ਵੀ ਦੂਰ ਹੈ। ਔਰ ਜਾਣਦੇ ਜਦੋਂ ਅਸੀਂ ਖੁਦਾ ਤੋਂ ਦੂਰ ਹੁੰਨੇ, ਬੜੇ ਧਿਆਨ ਨਾਲ ਸੁਣਨਾ, ਅਸੀਂ ਜਦੋਂ ਖੁਦਾ ਤੋਂ ਦੂਰ ਹੁੰਨੇ ਆ ਤੇ ਸ਼ੈਤਾਨ ਸਾਡੇ ਮਨ 'ਚ ਨੈਗੇਟਿਵ ਗੱਲਾਂ ਬਹੁਤ ਪਾਉਂਦਾ ਹੈ। ਹਵਾ ਨੂੰ ਕਹਿੰਦਾ, ਹਵਾ ਨੂੰ ਪੁੱਛਦਾ, ਸਵਾਲ ਕਰਦਾ, ਤੇ ਹਵਾ ਕਹਿੰਦੀ, ਹਾਂ ਜੀ ਅਸੀਂ ਨਹੀਂ ਫਲ ਖਾ ਸਕਦੇ, ਛੂ ਵੀ ਨਹੀਂ ਸਕਦੇ। ਛੂਣ ਬਾਰੇ ਪਰਮੇਸ਼ਰ ਨੇ ਕਿਹਾ ਹੀ ਨਹੀਂ ਸੀਗਾ। ਹਾਲੇਲੂਇਆ। ਸਭ ਕੀ ਕਹਿੰਦਾ? ਤੁਸੀਂ ਕਦੇ ਨਹੀਂ ਮਰੋਗੇ। ਪਰਮੇਸ਼ਵਰ ਆਪ ਜਾਣਦਾਗਾ, ਤੁਸੀਂ ਨਹੀਂ ਜਾਣਦੇ। ਸ਼ੰਕਾ, ਪਰਮੇਸ਼ਵਰ ਆਪ ਜਾਣਦਾ ਹੈ। ਜੇ ਤੁਸੀਂ ਫਲ ਖਾ ਲਿਆ, ਤੁਸੀਂ ਪਰਮੇਸ਼ਵਰ ਵਰਗੇ ਹੋ ਜਾਓਗੇ। ਇੱਥੇ ਸੋਚੀਏ ਜਰਾ, ਜੇਕਰ ਹਵਾ, ਉਹਨੇ ਜਿਹੜੇ ਉਹਦੇ ਮਨ 'ਚ ਨੈਗੇਟਿਵ ਵਿਚਾਰ ਪਾਏ ਆ, ਉਹਨਾਂ ਨੂੰ ਪਰਖਦੀ ਅਤੇ ਕਹਿੰਦੀ, ਕੋਈ ਨਾ, ਅਸੀਂ ਆਪਣੇ ਪਰਮੇਸ਼ਵਰ ਨਾਲ ਬੈਠ ਕੇ ਗੱਲ ਕਰਾਂਗੇ। ਪ੍ਰਭੂ ਆਉਂਦਾ ਸੀ ਉਹਨਾਂ ਕੋਲੇ ਕਿ ਨਹੀਂ ਆਉਂਦਾ ਸੀ ਨਾ? ਹਾਲੇਲੂਇਆ। ਵੀ ਅੱਜ ਪ੍ਰਭੂ ਆਉਣਗੇ, ਪ੍ਰਭੂ ਨੂੰ ਕਹਾਂਗੇ, ਪ੍ਰਭੂ ਜੀ ਉਹ ਫਲ ਖਾਣ ਤੋਂ ਮਨਾ ਕਿਉਂ ਕੀਤਾ? ਉਹਨੇ ਕੋਈ ਮਸ਼ਵਰਾ ਕੀਤਾ ਨਹੀਂ। ਔਰ ਜਾਣਦੇ ਅੱਜ ਵੀ ਸ਼ੈਤਾਨ ਐਵੇਂ ਕਰਦਾ। ਤੁਸੀਂ ਥੋੜਾ ਜਿਹਾ ਸੰਗਤੀ ਤੋਂ ਹਟ ਜਾਓ, ਨੈਗੇਟਿਵ ਵਿਚਾਰ ਪਾਏਗਾ। ਹਾਲੇਲੂਇਆ। ਜਾਣਦੇ, ਮੰਨ ਲਓ ਮੈਂ ਤੁਹਾਨੂੰ ਕਹਾਂ, ਭਾਈ ਰਿੰਕੂ ਮੈਨੂੰ ਤੇਰੀ ਇੱਕ ਗੱਲ ਪਤਾ ਲੱਗੀ ਹੈ, ਔਰ ਇਹਨੂੰ ਮੈਂ ਦੱਸਾਂ ਨਾ, ਇਹਦੇ ਮਨ 'ਚ ਕਿਵੇਂ ਦੇ ਵਿਚਾਰ ਆਉਣਗੇ? ਯਾਰ ਪਤਾ ਨਹੀਂ ਕਿਹੜੀ ਆਹ ਗੱਲ ਨਾ ਹੋਵੇ ਯਾਰ। ਅੱਛਾ ਯਾਰ ਉਹ ਗੱਲ ਹੋ ਗਈ ਜਿਹੜੀ ਪਾਸਟਰ ਨੂੰ, ਇਹ ਕਿਉਂ ਆ ਰਿਹਾ? ਹਾਲੇ ਸਮਝੀਏ, ਸ਼ੈਤਾਨ ਤੁਹਾਡੇ ਮਨ ਦੇ ਵਿੱਚ ਨੈਗੇਟਿਵ ਵਿਚਾਰ ਪਾਈ ਜਾਏਗਾ। ਜਿੰਨਾ ਚਿਰ ਇਹ ਮੈਨੂੰ ਮਿਲਦਾ ਨਹੀਂ, ਮੈਂ ਇਹਨੂੰ ਉਸ ਗੱਲ 'ਚੋਂ ਬਾਹਰ ਨਹੀਂ ਕੱਢਦਾ, ਉਹਨਾਂ ਚਿਰ ਇਹਦੇ ਮਨ ਦੇ ਵਿੱਚ ਦੋਸ਼ ਹੀ ਰਹੇਗਾ। ਮੰਨ ਲਓ ਮੇਰੇ ਤੇ ਲਾ ਲਓ ਤੁਸੀਂ, ਕੋਈ ਵਿਸ਼ਵਾਸੀ ਮੇਰੇ ਪ੍ਰਤੀ ਸੋਚਦਾ ਹੈ ਪਾਸਟਰ ਜਿਹੜਾ ਹੈ ਉਸ ਮੈਨੂੰ ਪਿਆਰ ਨਹੀਂ ਕਰਦਾਗਾ, ਪਾਸਟਰ ਕਦੇ ਮੈਨੂੰ ਫੋਨ ਵੀ ਨਹੀਂ ਲਾਉਂਦਾਗਾ, ਸ਼ਾਇਦ ਪਾਸਟਰ ਦੇ ਦਿਲ 'ਚ ਸਾਡੇ ਲਈ ਪਿਆਰ ਨਹੀਂ। ਇਹ ਕੌਣ ਪਾ ਰਿਹਾਗਾ? ਇਹ ਉਹਦੇ ਆਪਣੇ ਵਿਚਾਰ ਨਹੀਂ ਆ। ਹਾਲੇਲੂਇਆ। ਇਹ ਦੁਸ਼ਟ ਦੇ ਵਿਚਾਰ ਨੇ। ਉਹਨੇ ਹਵਾ ਨੂੰ ਭਰਮਾਇਆ, ਨੈਗੇਟਿਵ ਵਿਚਾਰ ਪਾ ਕੇ ਪਰਮੇਸ਼ਵਰ ਦੇ ਵਿਰੁੱਧ ਨੂੰ ਖੜਾ ਕਰ ਦਿੱਤਾ। ਐਵੇਂ ਹੀ ਸ਼ੈਤਾਨ ਤੁਹਾਨੂੰ ਆਪਣੇ ਪਾਸਪਾਂ ਦੇ ਵਿਰੁੱਧ ਖੜਾ ਕਰ ਦਿੰਦਾਗਾ। ਹਾਲੇਲੂਇਆ। ਆਪਣੀ ਪਤਨੀ ਦੇ ਵਿਰੁੱਧ ਖੜਾ ਕਰ ਦਿੰਦਾਗਾ, ਆਪਣੇ ਪਤੀ ਦੇ ਵਿਰੁੱਧ ਖੜਾ ਕਰ ਦਿੰਦਾ। ਤੇਰਾ ਪਤੀ ਤੈਨੂੰ ਪਿਆਰ ਨਹੀਂ ਕਰਦਾ, ਤੇਰੀ ਪਤਨੀ ਤੈਨੂੰ ਪਿਆਰ ਨਹੀਂ ਕਰਦੀ, ਤੇਰੇ ਬੱਚੇ ਤੇਰੀ ਆਗਿਆਕਾਰ ਨਹੀਂ ਹੈ। ਕੌਣ ਪਾ ਰਿਹਾਗਾ? ਇਹ ਬੀਜ ਕਿਹਦੇ ਨੇ? ਇਹ ਪਰਮੇਸ਼ਵਰ ਦੇ ਬੀਜ ਨਹੀਂ ਆ, ਇਹ ਦੁਸ਼ਟ ਦੇ ਬੀਜ ਨੇ। ਫਿਰ ਇਹਨਾਂ ਚੀਜ਼ਾਂ ਚੋਂ ਨਿਕਲਿਆ ਕਿਵੇਂ ਜਾਵੇ? ਇਹੀ ਵਚਨ ਅੱਜ ਸਾਡੀ ਜ਼ਿੰਦਗੀ 'ਚ ਲਾਗੂ ਕਰਨਾ ਹੈ। ਕਿਹਦੇ ਨੇੜੇ ਜਾਣਾ ਹੈ? ਪਰਮੇਸ਼ਵਰ ਦੇ। ਪਰਮੇਸ਼ਵਰ ਤੁਹਾਡੇ ਲਾਗੇ ਆਏਗਾ। ਪਰਮੇਸ਼ਵਰ ਰੋਸ਼ਨੀ ਹੈ। ਜਦੋਂ ਤੁਸੀਂ ਉਹਦੇ ਲਾਗੇ ਜਾਓਗੇ ਤਾਂ ਜਿਹੜੇ ਮਨ ਦੇ ਵਿਚਾਰ ਹੈ ਨਾ, ਉਹ ਕਿਹਦੇ ਵੱਲੋਂ ਹੈ ਪ੍ਰਗਟ ਹੋ ਜਾਏਗਾ। ਹਾਲੇਲੂਇਆ। ਜਾਣਦੇ ਆ, ਇੱਕ ਜਦੋਂ ਮੈਂ ਵਿਸ਼ਵਾਸੀ ਸੀਗਾ ਤਾਂ ਮੇਰੇ ਮਨ ਦੇ ਵਿੱਚ ਇੱਕ ਭਾਈ ਦੇ ਪ੍ਰਤੀ ਸੀਗਾ ਕਿ ਯਾਰ ਇਹ ਬੰਦਾ ਅੱਛਾ ਨਹੀਂ ਹੈ ਮੇਰੇ ਵਾਸਤੇ। ਇਹ ਮਤਲਬ ਕਿ ਮੇਰੇ ਵਿਰੁੱਧ ਵਿੱਚ ਆ। ਮੈਂ ਏਦਾਂ ਸੋਚਦਾ ਸੀਗਾ, ਮੇਰੇ ਮਨ 'ਚ ਇਹ ਗੱਲਾਂ ਸੀ। ਕਦੇ ਜਾ ਕੇ ਉਹਨੂੰ ਪੁੱਛਿਆ ਨਹੀਂਗਾ, ਕਦੇ ਜਾ ਕੇ ਉਹਨੂੰ ਪੁੱਛਿਆ ਨਹੀਂ, ਭਾਈ ਕੀ ਗੱਲਬਾਤ ਆ ਜਾਂ ਕਿੱਦਾਂ ਮੇਰੇ ਮਨ 'ਚ ਜੋ ਵਿਚਾਰ ਹੈ ਉਹਦੇ ਪ੍ਰਤੀ ਮੈਂ ਪੁੱਛਿਆ ਵੀ ਨਹੀਂ ਕਦੇ ਜਾ ਕੇ। ਔਰ ਜਾਣਦੇ, ਬੜਾ ਚਿਰ, ਲੰਬੇ ਚਿਰ ਇਹ ਗੱਲਾਂ ਮੇਰੇ ਮਨ 'ਚ ਆਈ ਗਈਆਂ। ਇੱਕ ਦਿਨ ਉਹਨੂੰ ਮੈਂ ਘੇਰ ਲਿਆ ਤੇ ਉਹਨੂੰ ਜਦੋਂ ਪੁੱਛਿਆ ਤੇ ਫਿਰ ਮੈਨੂੰ ਪਤਾ ਲੱਗਿਆ ਤਾਂ ਬੰਦਾ ਹੀ ਬਹੁਤ ਚੰਗਾ ਹੈ। ਇਹਦੇ ਮਨ 'ਚ ਤਾਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਫਿਰ ਮੈਨੂੰ ਕੌਣ ਗੁੰਮਰਾਹ ਕਰਦਾ ਰਿਹਾ? ਫਿਰ ਮੈਂ ਸਮਝਿਆ ਇਹ ਉਹੀ ਬੀਜ ਖਿਲਾ ਰਿਹਾ ਸ਼ੈਤਾਨ। ਹਾਲੇਲੂਇਆ। ਦੇਖੀਏ ਅੱਜ ਵੀ ਉਹਦਾ ਕੰਮ ਇਹੋ ਹੀ ਹੈ, ਸ਼ੰਕਾ ਪੈਦਾ ਕਰਨਾ, ਨੈਗੇਟਿਵ ਵਿਚਾਰ ਪੈਦਾ ਕਰਨਾ।
ਪਤੀ ਦੇ ਪ੍ਰਤੀ, ਪਤਨੀ ਦੇ ਪ੍ਰਤੀ, ਮਾਂ ਪਿਓ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ, ਨੌ ਤੇ ਸੱਸ ਦੇ ਪ੍ਰਤੀ। ਰੱਬ ਹਾਲੇਲੂਇਆ। ਨੌ ਦੇ ਮਨ ਚ ਪਾ ਦੇਗਾ ਤੇਰੀ ਸੱਸ ਤੈਨੂੰ ਪਿਆਰ ਨਹੀਂ ਕਰਦੀਗੀ, ਇਹ ਤੇਰੀ ਸੱਸ ਤੈਨੂੰ ਪਿਆਰ, ਹਾਲਾਂਕਿ ਉਹਦੇ ਦਿਲ ਚ ਕੁਝ ਵੀ ਨਾ ਹੋਵੇ, ਔਰ ਕਦੇ ਨੌ ਇੱਕ ਜੁਰਤ ਵੀ ਨਹੀਂ ਕਰਦੀ ਮੇਰੇ ਮਨ ਚ ਐਵੇਂ ਦੇ ਖਿਆਲ ਆ ਰਹੇ ਆ, ਮੰਮੀ ਇਹ ਸੱਚ ਗੱਲ ਹੈ। ਤੁਸੀਂ ਕਿਤੇ ਨਾ ਕਿਤੇ ਬੈਠ ਕੇ ਗੱਲ ਕਰੋ, ਤੁਹਾਡੀਆਂ ਅੱਧੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਕਿਉਂ? ਕਿਉਂਕਿ ਅਸੀਂ ਉਹਨਾਂ ਗੱਲਾਂ ਨੂੰ ਅੰਦਰ ਹੀ ਰੱਖਦੇ ਆ। ਕਿੱਥੇ ਰੱਖਦੇ ਆ? ਕਦੇ ਉਹਨਾਂ ਗੱਲਾਂ ਨੂੰ ਖੋਲਦੇ ਨਹੀਂ ਆ। ਅੱਜ ਸਭ ਤੋਂ ਵੱਡੀ ਪ੍ਰੋਬਲਮ ਇਹੋ ਹੀ ਆ, ਇੱਕ ਚਰਚ ਦੀ ਇੱਕ ਵਿਸ਼ਵਾਸੀ ਭੈਣ ਦੀ। ਹਾਲੇਲੂਇਆ। ਹੁਣ ਵਿਸ਼ਵਾਸੀ ਦੇ ਮਨ ਦੇ ਵਿੱਚ ਆਉਂਦਾਗਾ, ਦੇਖੀਏ ਸ਼ੈਤਾਨ ਸ਼ੁਰੂ ਤੋਂ ਹੀ ਧੋਖਾ ਦਿੰਦਾ ਆ। ਬਾਈਬਲ ਇਹਦੇ ਬਾਰੇ ਦੱਸਦੀ ਹੈ, ਸ਼ੁਰੂ ਤੋਂ ਹੀ ਧੋਖਾ ਦਿੰਦਾ ਆ। ਪਰਮੇਸ਼ਵਰ ਦੇ ਮਨ 'ਚ ਗਲਤ ਵਿਚਾਰ ਨਹੀਂ ਆਉਂਦੇਗੇ। ਹੁਣ ਜਿਹਦੇ ਮਨ 'ਚ ਗਲਤ ਵਿਚਾਰ ਆਉਂਦੇ ਉਹ ਆਪਣੇ ਵਿਚਾਰ ਅੱਗੇ ਦੇ ਦਿੰਦਾ ਹੈ। ਪਰਮੇਸ਼ਵਰ ਉੱਚਾ ਉੱਠਣ ਦਾ ਵਿਚਾਰ ਕਿਹਦਾ ਸੀਗਾ? ਪਰਮੇਸ਼ਵਰ ਦਾ ਜਾਂ ਇਹਦਾ? ਦੁਸ਼ਟ ਦਾ ਸੀਗਾ, ਲੂਸੀਫਰ ਦਾ ਹੀ ਸੀਗਾ। ਹਾਲੇਲੂਇਆ। ਦੇਖੀਏ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਧਿਆਨ 'ਚ ਰੱਖੀਏ, ਜੇ ਤਾਂ ਤੁਸੀਂ ਤੁਹਾਡੇ ਮਨ 'ਚ ਗੱਲਾਂ ਆ ਰਹੀਆਂ, ਕਿਤੇ ਨਾ ਕਿਤੇ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ। ਕਲਾਮ ਕਹਿੰਦਾ ਪਰਮੇਸ਼ਵਰ ਕੇ ਨਿਕਟ ਆਓ ਤਾਂ ਵह भी तुम्हारे निकट आएगा। ਹੁਣ ਪਰਮੇਸ਼ਵਰ ਦੇ ਨੇੜੇ ਆਇਆ ਕਿਵੇਂ ਜਾਂਦਾ ਹੈ? ਹੁਣ ਇਹ ਵੀ ਇੱਕ ਸਮੱਸਿਆ। ਹਾਲੇਲੂਇਆ। ਇਧਰੋਂ ਬੰਦਾ ਗਲਤ ਕੰਮ ਕਰਕੇ ਆਉਂਦਾ, ਰਾਤ ਨੂੰ ਘੁੱਟਣੇ ਟੇਕਦਾ, ਪ੍ਰਭੂ ਮੈਂ ਤੇਰੇ ਨੇੜੇ ਆਉਣਾ। ਪ੍ਰਭੂ ਕਹਿੰਦਾ ਤੂੰ ਆ ਜਾ, ਮੈਂ ਨਹੀਂ ਆ ਸਕਦਾ, ਤੇਰੇ ਹੱਥ ਲਹੂ ਨਾਲ ਲਿਬੜੇ ਹੋਏ। ਹਾਲੇਲੂਇਆ। ਤੇਰੀ ਜ਼ੁਬਾਨ ਝੂਠ ਨਾਲ ਲਿਬੜੀ ਹੋਈ ਆ। ਕਿਵੇਂ ਖੁਦਾ ਦੇ ਨੇੜੇ ਜਾਇਆ ਜਾਏ? ਬੜੇ ਧਿਆਨ ਨਾਲ ਸੁਣਨਾ। ਅੱਜ ਇੱਕ ਤੁਹਾਡੀ ਜ਼ਿੰਦਗੀ ਨੂੰ ਵਚਨ ਟੱਚ ਕਰੇ, ਤੁਹਾਡੇ ਜੀਵਨ ਨੂੰ ਵਚਨ ਛੂਵੇ, ਤਾਂ ਜ਼ਰੂਰ ਆਪਣੇ ਜੀਵਨ ਨੂੰ ਤੇ ਗੌਰ ਕਰਨਾ ਔਰ ਬਦਲਣਾ ਆਪਣੇ ਜੀਵਨ ਨੂੰ। ਹਾਲੇਲੂਇਆ। ਵਚਨ ਜਿਹੜਾ ਹੈ ਉਹ ਇੱਕ ਬੀਜ ਆ। ਵਚਨ ਨੇ ਤੁਹਾਨੂੰ ਅੰਦਰੋਂ ਹਿਲਾਉਣਾ ਹੈ, ਬਾਹਰੋਂ ਐਕਸ਼ਨ ਤੁਸੀਂ ਕਰਨਾ ਹੈ। ਹੁਣ ਮੈਂ ਫੈਸਲਾ ਕੀ ਲੈਣਾ ਹੈ? वचन लिखा परमेश्वर के निकट आओ तो वह भी तुम्हारे निकट आएगा। हे पापियों अपने हाथ शुद्ध करो। नंबर 1, हे दो चित्ते लोगों। कितने चित्त? दो मने लोग, दो चित्ते लोग, परमेश्वर दे भी आ ते संसार दे भी। यारी शैतान दे नाल भी आ ते परमेश्वर दे नाल भी आ। हालेलुया, हालेलुया। दो चित्ते लोगों अपने हृदय को पवित्र करो। हुण परमेश्वर दे कोल जाण तो पहला किहड़ा काम मैं करना गा? नंबर 1 ते अपने हाथ शुद्ध करने। हालेलुया। जो आप खाना खाते ना, हाथ गारे नाल लिबड़ खा लेंदे जावे रोटी, सूग आउंदी है। ये हाथ जो उठाउने ना, ये शुद्ध होने चाहिए, इन्हां च पाप नहीं होना चाहिए। हालेलुया। तुहाडीआं अखां देखदियां है, मन सोचदा है ते हाथ काम करदे आ। फल किने तोड़िया सी? हत्थां ने। हालेलुया। अपने हत्थां नूं की करो? शुद्ध करो। हत्थ किवें शुद्ध कीते जांदे आ? सानूं लगदा कि हत्थ पानी नाल धोते शुद्ध हो जांदे, नहीं। हथ मतलब की? हालेलुया। ज्यादातर जेडे पाप आ इंसान किहदे नाल करदा गा? हत्थां नाल करदा। चोरी किहदे नाल करदा? हत्थां नाल करदा। विभचार किसी नूं छूंदा किहदे नाल छूंदा? हत्थां नाल छूंदा गा। हालेलुया, हालेलुया। पहला अपने हत्थां नूं की करना है? शुद्ध करना गा। हाथ सिर्फ यीशु मसीह दा लहू ही शुद्ध कर सकता है। हालेलुया। जिन्हां ने अपने वस्त्र यीशु दे लहू नाल धो लए। ठीक है। नंबर 1 कहना अपने हाथों को शुद्ध करो। हे पापियों अपने हाथों को शुद्ध करो। हे दो चित्ते लोगों। हुण आदा मन दो चित्ता नहीं होना चाहिए, साडा मन एक चित्ता ही होना चाहिए, दोगला नहीं होना चाहिए। हालेलुया, हालेलुया।
ਅਸੀਂ ਪਰਮੇਸ਼ਵਰ ਦੇ ਨਾਲ ਵੀ ਯਾਰੀ ਰੱਖਣੀ ਹੈ ਤੇ ਸੰਸਾਰ ਨਾਲ ਹੀ ਰੱਖਣੀ। ਇਹੋ ਜਿਹੇ ਲੋਕਾਂ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦਾ। ਉਹਨੇ ਇਸਰਾਏਲੀਆਂ ਨੂੰ ਕਿਹਾ ਸੀਗਾ, ਕਦ ਚਿੱਕਰ ਤੁਸੀਂ ਦੋ ਗੱਲਾਂ ਤੇ ਲੰਗੜਾ ਕੇ ਚੱਲੋਗੇ। ਹਾਲੇਲੂਇਆ। ਇਸਰਾਏਲੀ ਕੱਲ ਤੇ ਲੰਗੜਾ ਕੇ ਚੱਲ ਰਹੇ ਸੀਗੇ। ਉਹ ਦੋ ਚਿੱਤੇ ਕਿਉਂ ਸੀਗੇ? ਇੱਕ ਪਾਸੇ ਤਾਂ ਯਹੋਵਾ ਪਰਮੇਸ਼ਰ ਨੂੰ ਆਪਣਾ ਪ੍ਰਭੂ ਮੰਨ ਰਿਹਾ ਸੀ ਤੇ ਦੂਸਰੇ ਪਾਸੇ ਬਿਆਲ ਨੂੰ ਆਪਣਾ ਪ੍ਰਭੂ ਮੰਨੀ ਖੜੇ ਸੀ। ਹਾਲੇਲੂਇਆ। ਇੱਕ ਪਾਸੇ ਤਾਂ ਅਸੀਂ ਪ੍ਰਾਰਥਨਾ ਵਿੱਚ ਵੀ ਆਉਂਦੇ ਆ, ਆਰਾਧਨਾ ਵਿੱਚ ਵੀ ਆਉਂਦੇ ਆ। ਹਾਲੇਲੂਇਆ। ਔਰ ਦੂਸਰੇ ਪਾਸੇ ਸੰਸਾਰ ਨਾਲ ਵੀ ਮਿੱਤਰਤਾ ਹੈ। ਜੇ ਗਾਲਾਂ ਕੱਢਣੀਆਂ ਨਹੀਂ ਛੱਡ ਸਕਦੇ, ਜੇ ਝੂਠ ਬੋਲਣਾ ਨਹੀਂ ਛੱਡ ਸਕਦੇ, ਚੁਗਲੀ ਕਰਨਾ ਨਹੀਂ ਛੱਡ ਸਕਦੇ, ਆਪਣੇ ਅੰਦਰੋਂ ਅਸੀਂ ਨਫ਼ਰਤ ਨਹੀਂ ਛੱਡ ਸਕਦੇ। ਦੇਖੀਏ, ਮੈਂ ਬਾਰ-ਬਾਰ ਇਹ ਪ੍ਰਚਾਰ ਕਿਉਂ ਕਰਦਾ ਹਾਂ? ਪੌਲੁਸ ਇੱਕ ਗੱਲ ਕਹਿੰਦਾ, ਮੈਂ ਤਾਂ ਬਾਰ-ਬਾਰ ਉਹ ਤੁਹਾਨੂੰ ਗੱਲਾਂ ਲਿਖਣ ਤੋਂ ਨਹੀਂ ਅੱਕਦਾ। ਕਿੰਨਾ ਚਿਰ ਬੋਲਦਾ ਰਹੇਗਾ? ਜਿੰਨਾ ਚਿਰ ਸਾਡੇ ਅੰਦਰੋਂ ਇਹ ਗੱਲਾਂ ਨਿਕਲਦੀਆਂ ਨਹੀਂ। ਹਾਲੇਲੂਇਆ। ਹੁਣ ਸਾਡਾ ਦੋ ਚਿੱਤਾ ਮਨ ਹੈ। ਅਸੀਂ ਪ੍ਰਭੂ ਦੇ ਨਾਲ ਵੀ ਰਹਿਣਾ ਚਾਹੁੰਦੇ ਹਾਂ ਔਰ ਸੰਸਾਰ ਦੀ ਮਿੱਤਰਤਾ ਵੀ ਰੱਖਣੀ ਚਾਹੁੰਦੇ ਹਾਂ। ਹਾਲੇਲੂਇਆ। ਮੇਰੇ ਭੈਣਾਂ ਤੇ ਭਰਾਓ, ਇੱਕ ਮਨ ਹੋ ਜਾਓ, ਇੱਕ ਚਿੱਤ ਹੋ ਜਾਓ। ਪਰਮੇਸ਼ਵਰ ਤੁਹਾਡੇ ਨਾਲ ਖੜੇਗਾ, ਉਹ ਤੁਹਾਡੇ ਨੇੜੇ ਆਏਗਾ। ਉਸ ਤੋਂ ਪਹਿਲਾਂ ਜ਼ਿੰਮੇਵਾਰੀ ਤੁਹਾਡੀ ਹੈ, ਤੁਸੀਂ ਪਰਮੇਸ਼ਵਰ ਦੇ ਨੇੜੇ ਆਉਣਾਗਾ। ਨੇੜੇ ਆਉਣ ਤੋਂ ਪਹਿਲਾਂ ਕੀ ਕਰਨਾ ਹੈ? ਆਪਣੇ ਹੱਥਾਂ ਨੂੰ, ਅਗਰ ਸਾਡੇ ਹੱਥਾਂ 'ਚ ਕੋਈ ਬੁਰੀਆਈ ਹੈ ਨਾ, ਇਹ ਹੱਥ ਕਪੜੇਬਾਜ਼ੀ ਕਰਨ ਵਾਲੇ ਆ, ਤੇ ਇਹਨਾਂ ਹੱਥਾਂ ਨੂੰ ਕਪੜੇਬਾਜ਼ੀ ਤੋਂ ਸ਼ੁੱਧ ਕਰਨਾ ਹੋਏਗਾ। ਨਹੀਂ ਤਾਂ ਤੁਸੀਂ ਕੀ ਕਰੋਗੇ? ਪਰਮੇਸ਼ਵਰ ਦਾ ਦੋਸ਼ ਕੱਢੋਗੇ। ਕਿਹਦਾ ਦੋਸ਼ ਕੱਢੋਗੇ? ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਦੁਰਘਟਨਾ ਹੋ ਗਈ, ਤੁਸੀਂ ਕਿਹਦਾ ਦੋਸ਼ ਕੱਢੋਗੇ? ਪਰਮੇਸ਼ਵਰ ਦਾ। ਪ੍ਰਭੂ ਐਵੇਂ ਕਿਉਂ ਹੋਇਆ ਸਾਡੀ ਜ਼ਿੰਦਗੀ 'ਚ? ਪ੍ਰਭੂ ਇਹ ਘਟਨਾ ਕਿਉਂ ਵਾਪਰੀ ਮੇਰੇ ਪਰਿਵਾਰ 'ਚ? ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਕੀ ਆ? ਦੋ ਚਿੱਤੇ ਆ। ਹਾਲੇਲੂਇਆ। ਪਰਮੇਸ਼ਵਰ ਉਸ ਮਨੁੱਖ ਨੂੰ ਪਸੰਦ ਕਰਦਾ ਹੈ ਜਿਹੜਾ ਦੋ ਚਿੱਤਾ ਨਹੀਂ ਹੈ। ਅਗਰ ਤੁਹਾਡੇ ਹੱਥਾਂ 'ਚ ਕੋਈ ਬਦੀ ਹੈ, ਤੁਹਾਡੇ ਹੱਥ ਕੁਝ ਗਲਤ ਕਰਦੇ ਆ, ਤੁਹਾਡੀਆਂ ਅੱਖਾਂ ਕੁਝ ਗਲਤ ਦੇਖਦੀਆਂ ਗਈਆਂ, ਤੁਹਾਡਾ ਮੂੰਹ ਕੁਝ ਗਲਤ ਬੋਲਦਾਗਾ, ਤੁਹਾਡੇ ਕਦਮ ਜਿਹੜੇ ਆ ਕੁਝ ਗਲਤ ਰਾਹਾਂ ਤੇ ਚੱਲ ਰਹੇ ਆ, ਅੱਜ ਤੋਂ ਬੰਦ ਕਰ ਦਿਓ। ਫਿਰ ਤੁਸੀਂ ਬੈਠੋਗੇ ਨਾ ਹਜ਼ੂਰੀ 'ਚ, ਬੈਠਦਿਆਂ ਸਾਰ ਹਜ਼ੂਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਹਾਲੇਲੂਇਆ। ਬੈਠਦਿਆਂ ਸਾਰ ਤੁਸੀਂ ਬੋਲਣਾ ਸ਼ੁਰੂ ਹੀ ਕਰੋਗੇ ਤਾਂ ਉੱਤਰ ਆਉਣੇ ਸ਼ੁਰੂ ਹੋ ਜਾਣਗੇ। ਕਲਾਮ ਕਹਿੰਦਾ ਇਸ ਤਰ੍ਹਾਂ, ਮੈਂ ਨਹੀਂ ਕਹਿੰਦਾਗਾ। ਕਲਾਮ ਕਹਿੰਦਾ, ਮੈਂ ਉਹਨਾਂ ਦੇ ਮੰਗਣ ਤੋਂ ਪਹਿਲਾਂ ਉਹਨਾਂ ਨੂੰ ਦਿਆਂਗਾ, ਉਹ ਅਜੇ ਗੱਲਾਂ ਹੀ ਕਰਦੇ ਹੋਣਗੇ ਤੇ ਮੈਂ ਸੁਣ ਲਵਾਂਗਾ। ਹਾਲੇਲੂਇਆ। ਅਗਰ ਪਰਮੇਸ਼ਵਰ, ਅੱਜ ਪ੍ਰੋਬਲਮ ਕੀ ਹੈ? ਅਸੀਂ ਆਪਣੇ ਕੰਮ ਨਹੀਂ ਸੁਧਾਰਨਾ ਚਾਹੁੰਦੇ, ਅਸੀਂ ਜੀਵਨ ਨਹੀਂ ਸੁਧਾਰਨਾ ਚਾਹੁੰਦੇ ਆ। ਪ੍ਰਭੂ ਨੂੰ ਕਹਿੰਦੇ, ਪ੍ਰਭੂ ਮੈਂ ਆ ਗਿਆ ਤੇਰੇ ਨੇੜੇ, ਹੁਣ ਤੂੰ ਵੀ ਆ ਗਿਆ। ਪ੍ਰਭੂ ਕਹਿੰਦਾ, ਜਾ ਪਹਿਲਾਂ ਹੱਥ ਧੋ ਕੇ ਆ। ਹਾਲੇਲੂਇਆ। ਪ੍ਰਭੂ ਕਹਿੰਦਾ, ਜਾ ਪਹਿਲਾਂ ਆਪਣੇ ਹੱਥ ਧੋ, ਆਪਣਾ ਮਨ ਠੀਕ ਕਰ। ਦੋ ਚਿੱਤਾ ਮਨੁੱਖ ਨਾ ਬਣ, ਆਪਣੇ ਆਪ ਨੂੰ ਸ਼ੁੱਧ ਕਰ, ਆਪਣੇ ਹੱਥਾਂ ਨੂੰ ਧੋ ਲੈ। ਹਾਲੇਲੂਇਆ। ਔਰ ਜਾਣਦੇ ਆ, ਯਿਸੂ ਮਸੀਹ ਦੇ ਇੱਕ ਬੰਦੇ ਦੇ ਘਰੇ ਰੋਟੀ ਖਾਣ ਗਿਆ। ਉਹਨੇ ਬੁਲਾਇਆ, ਪ੍ਰਭੂ ਜੀ ਮੇਰੇ ਘਰੇ ਖਾਣਾ, ਤੁਸੀਂ ਖਾਓ। ਕਹਿੰਦਾ ਠੀਕ ਹੈ ਜੀ। ਯਿਸੂ ਮਸੀਹ ਖਾਣਾ ਖਾਣ ਬਹਿ ਗਏ, ਸਾਰੇ ਹੱਥ ਧੋ ਰਹੇ, ਚੰਗੀ ਤਰ੍ਹਾਂ ਮਾਂਜ ਰਹੇ ਹੱਥਾਂ ਨੂੰ। ਯਿਸੂ ਮਸੀਹ ਉਹਨੇ ਬੈਠੇ ਖਾਣਾ ਖਾਣ ਲੱਗ ਪਏ। ਉਹ ਬੰਦੇ ਗੱਲਾਂ ਕਰ ਰਹੇ ਨੇ, ਖਾਣਾ ਖਾਣ ਤੋਂ ਪਹਿਲਾਂ ਹੱਥ ਨਹੀਂ ਧੋਤੇ, ਇਹਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ। ਪ੍ਰਭੂ ਕੀ ਕਹਿੰਦਾ? ਬਿਨਾਂ ਹੱਥ ਧੋਤੇ ਖਾਧੀ ਰੋਟੀ ਤੁਹਾਨੂੰ ਭ੍ਰਿਸ਼ਟ ਨਹੀਂ ਕਰਦੀ। ਤੁਹਾਡੇ ਅੰਦਰਲੇ ਵਿਚਾਰ, ਹਰਾਮਕਾਰੀ, ਬੁਰਾ ਸੋਚਣਾ, ਬੁਰਾ ਦੇਖਣਾ, ਬੁਰਾ ਬੋਲਣਾ, ਇਹੀ ਤੁਹਾਨੂੰ ਅਸ਼ੁੱਧ ਕਰਦਾ ਹੈ। ਹਾਲੇਲੂਇਆ। ਪ੍ਰਭੂ ਕਹਿੰਦਾ, ਤੁਸੀਂ ਭਾਂਡੇ ਦਾ ਬਾਹਰੋਂ ਅੱਛੀ ਤਰ੍ਹਾਂ ਮਾਂਜਦੇ ਹੋ, ਕਿੱਥੋਂ ਮਾਂਜਦੇ ਹੋ? ਆਪਣਾ ਅੰਦਰ ਨਹੀਂ ਸਾਫ਼ ਕਰਦੇ। ਹਾਲੇਲੂਇਆ। ਕਹਿੰਦਾ, ਇਹ ਲੋਕ ਬੁੱਲਾਂ ਨਾਲ ਮੇਰਾ ਆਦਰ ਕਰਦੇ ਆ, ਪਰ ਇਹਨਾਂ ਦਾ ਦਿਲ ਮੇਰੇ ਤੋਂ ਬੜੀ ਦੂਰ ਹੈ। ਅੱਜ ਵੀ ਇਦਾਂ ਦੇ ਲੋਕ ਹੈਗੇ ਆ। ਪ੍ਰਭੂ ਦੀ ਹਜ਼ੂਰੀ 'ਚ ਵੀ ਬੈਠਣਗੇ, ਆਰਾਧਨਾ ਵੀ ਕਰਨਗੇ, ਪਰ ਦਿਲ ਉਹਦੇ ਲਾਗੇ ਨਹੀਂ ਹੈ। ਦਿਲ ਲਾਗੇ ਕਦੋਂ ਹੁੰਦਾਗਾ? ਕਲਾਮ ਕੀ ਕਹਿੰਦਾ? ਆਪਣੇ ਹੱਥ ਸ਼ੁੱਧ ਕਰੋ। ਜਿੰਨਾ ਚਿਰ ਤੁਸੀਂ ਆਪਣੇ ਕੰਮਾਂ ਨੂੰ ਸੁਧਾਰੋਗੇ ਨਹੀਂ ਨਾ, ਜਿੰਨਾ ਚਿਰ ਤੁਸੀਂ ਆਪਣਾ ਜੀਵਨ ਬਦਲੋਗੇ ਨਹੀਂ, ਜਿੰਨਾ ਚਿਰ ਤੁਹਾਡੇ ਕੰਮ ਸੁਧਰਦੇ ਨਹੀਂ ਆ, ਤੁਹਾਡੇ ਲਾਗੇ ਉਹਨੇ ਨਹੀਂ ਹੋਣਾ। ਹਾਲੇਲੂਇਆ। ਹਾਲੇਲੂਇਆ।
9 ਵਚਨ ਕਹਿੰਦਾ ਦੁਖੀ ਹੋਵੋ, ਸ਼ੋਕ ਕਰੋ, ਰੋ। ਹੁਣ ਦੁਖੀ ਕੌਣ ਹੋਏਗਾ? ਹੁਣ ਦੁਖੀ ਐਵੇਂ ਤਾਂ ਨਹੀਂ ਆਪਾਂ ਰੋਈ ਜਾਣਾਗੇ। ਰੱਬ ਹਾਲੇਲੂਇਆ। ਕਈ ਵਾਰੀ ਕੋਈ ਭੈਣ ਕਹਿੰਦੀ ਪਾਸਟਰ ਜੀ ਮੈਨੂੰ ਨਾ ਹੁਣ ਰੋਣ ਨਹੀਂ ਆਉਂਦਾ ਆਰਾਧਨਾ ਵਿੱਚ, ਲੱਗਦਾ ਮੈਨੂੰ ਪ੍ਰਭੂ ਪਿਆਰ ਨਹੀਂ ਕਰਦਾ, ਪ੍ਰਭੂ ਮੈਨੂੰ ਛੱਡ ਕੇ ਚਲਾ ਗਿਆ। ਰੱਬ ਹਾਲੇਲੂਇਆ। ਜਦ ਪਵਿੱਤਰ ਆਤਮਾ ਦੀ ਹਜ਼ੂਰੀ ਉਹਦੀ ਆਪਣੇ ਆਪ ਆਉਂਦਾਗਾ, ਉਹਦੇ ਲਈ ਐਕਟਿੰਗ ਕਰਨੀ ਨਹੀਂ ਪੈਂਦੀ, ਅੰਦਰੋਂ ਨਹੀਂ ਮੈਂ ਰੋਣਾ ਹੋਣਾ, ਇਦਾਂ ਦਾ ਮਾਹੌਲ ਨਹੀਂ ਹੁੰਦਾਗਾ। ਪਵਿੱਤਰ ਆਤਮਾ ਤੁਹਾਡੇ ਮਨ ਨੂੰ ਉਦਾਂ ਦਾ ਕਰਦਾ ਹੈਗਾ। ਰੱਬ ਹਾਲੇਲੂਇਆ। ਦੁਖੀ ਕਿਹੜੀ ਗੱਲ ਹੋਣਾ? ਹਾਏ ਪ੍ਰਭੂ ਤੈਨੂੰ ਜਾਣਦੇ ਹੋਏ ਅੱਜ ਤੱਕ ਮੇਰਾ ਜੀਵਨ ਠੀਕ ਨਹੀਂ ਰਿਹਾ, ਤੇਰੇ ਵਚਨ ਨੂੰ ਇੰਨੀ ਵਾਰੀ ਸੁਣਿਆ ਪ੍ਰਭੂ ਮੈਂ ਅਮਲ ਨਹੀਂ ਕੀਤਾ। ਦੁਖੀ ਹੋਣਾ ਇਸ ਗੱਲ ਤੇ। ਤੇਰੇ ਦਾਸ ਦੇ ਰਾਹੀਂ ਤੂੰ ਮੈਨੂੰ ਬੋਲਦਾ ਰਿਹਾ, ਤੇਰੇ ਦਾਸ ਦੇ ਰਾਹੀਂ ਮੈਨੂੰ ਚੇਤਾਵਨੀ ਦਿੰਦਾ ਰਿਹਾ, ਪਰ ਪ੍ਰਭੂ ਮੈਂ ਆਪਣਾ ਜੀਵਨ ਬਦਲਿਆ ਹੀ ਨਹੀਂ। ਰੋਣਾ ਇਸ ਗੱਲ ਦੇ ਉੱਤੇ। ਅੱਲਾਹ ਹਾਲੇਲੂਇਆ, हालेलुया। दुखी हो, शोक करो और रो, तुम्हारी हंसी शोक में और तुम्हारा आनंद उदासी में बदल जाए। प्रभु के सामने दीन बनो, वह तुम्हें श्रोमणी बना दे। दीन बनोगे ना, नम्र बनोगे, नीवे बनोगे, तानू उच्चे होने के लिए आप यतन नहीं करना पैना, खुद कर देगा। हालेलुया, हालेलुया। दुखी हो वो कहता दुखी होना है। प्रभु ये जुबान धन्नवाद करती है, मुबारक कहती है, ਇਹਦੇ ਨਾਲ ਹੀ ਅਸੀਂ ਚੁਗਲੀ ਵੀ ਕਰਦੇ ਆ, ਇਹਦੀਆਂ ਸੁਣ ਕੇ ਉਧਰ ਕਰ ਦਿੰਦੇ ਆ, ਉਹਦੀਆਂ ਸੁਣਦੇ ਆ ਇੱਧਰ ਕਰ ਦਿੰਦੇ ਆ। ਇਹ ਠੀਕ ਨਹੀਂ ਆ, ਇਹ ਸ਼ੈਤਾਨ ਦਾ ਸੁਭਾਅ ਹੈ। ਸਵਰਗਦੂਤ ਚੁਗਲੀ ਨਹੀਂ ਕਰਦੇਗੇ, ਪਵਿੱਤਰ ਆਤਮਾ ਚੁਗਲੀ ਨਹੀਂ ਕਰਦਾਗਾ, ਪਰਮੇਸ਼ਵਰ ਕਿਸੇ ਦੀ ਚੁਗਲੀ ਨਹੀਂ ਕਰਦਾਗਾ। ਕੌਣ ਕਰਦਾਗਾ? ਸ਼ੈਤਾਨ। ਜਾ ਕੇ ਪਰਮੇਸ਼ਵਰ ਨੂੰ ਕਹਿੰਦਾ ਤੇਰਾ ਦਾਸ ਜਿਹਦੇ ਦੁਆਰਾ ਤੂੰ ਬਾੜਾ ਲੈ, ਬਾੜਾ ਹਟਾ, ਦੇਖੀ ਤੂੰ ਫਟਕਾਰਦਾ। ਹਾਲੇਲੂਇਆ। ਦੇਖੀਏ ਰੋਣਾ ਇਸ ਗੱਲ ਤੇ, ਦੁਖੀ ਹੋਣਾ ਹੈ। ਪ੍ਰਭੂ ਇਹ ਜ਼ੁਬਾਨ ਇਹੀ ਤੇਰਾ ਅੰਗੀਕਾਰ ਕਰਦੀ ਰਹੀ, ਇਹੀ ਜ਼ੁਬਾਨ ਪ੍ਰਭੂ ਝੂਠ ਵੀ ਬੋਲਦੀ ਸੀ, ਇਸ ਗੱਲ ਦੀ ਦੁਖੀ ਹੋਣਾਗਾ। ਇਹ ਅੱਖਾਂ ਜੋ ਵਚਨ ਦੇਖਦੀਆਂ ਪ੍ਰਭੂ, ਇਹਨਾਂ ਨੇ ਮੋਬਾਈਲ ਦੇ ਵਿੱਚ ਗਲਤ ਵੀਡੀਓ ਵੀ ਦੇਖੀਆਂ। ਹਾਲੇਲੂਇਆ, ਜੋ ਮੈਨੂੰ ਨਹੀਂ ਦੇਖਣੀਆਂ ਚਾਹੀਦੀਆਂ ਸੀ। खुदा ਤੁਹਾਨੂੰ ਦੇਖ ਰਿਹਾ ਹੈ, ਤੁਸੀਂ ਕੀ ਕੁਝ ਦੇਖਦੇ ਹੋ, ਤੁਹਾਡਾ ਜੀਵਨ ਕਿਵੇਂ ਦਾ ਹੈ, ਤੁਹਾਡਾ ਘਰ 'ਚ ਵਿਵਹਾਰ ਕਿਵੇਂ ਦਾ ਹੈ। ਹਾਲੇਲੂਇਆ। ਇੱਕ ਪ੍ਰਭੂ ਦਾ ਦਾਸ ਦੱਸਦਾ ਪਿਆ ਸੀ, ਕਹਿੰਦਾ ਮੈਂ ਇੱਕ ਨਾ ਬੇਟੇ ਨੂੰ ਮੈਂ ਮਿਲਿਆ, ਉਹ ਕਹਿੰਦਾ ਬੇਟਾ ਇੰਨਾ ਆਗਿਆਕਾਰ, ਕਹਿੰਦਾ ਇੰਨਾ ਆਗਿਆਕਾਰ, ਹਰ ਗੱਲ ਨੂੰ ਭੱਜ ਕੇ ਕਰਦਾ। ਕਹਿੰਦੇ ਇੱਕ ਦਿਨ ਉਹਦੀ ਮੰਮੀ ਨੂੰ ਮੈਂ ਜਾ ਕੇ ਕਿਹਾ, ਕਹਿੰਦਾ ਮਾਤਾ ਜੀ ਜਾਨਸੀ ਦੀ ਤੂੰ ਤਾਂ ਸਵਰਗਦੂਤ ਹੀ ਪੈਦਾ ਕੀਤਾ ਗਿਆ। ਕਹਿੰਦੀ ਤੂੰ ਵੀ ਉਹਦੀ ਭੁਲੇਖੇ 'ਚ ਵੜ ਆ ਗਿਆ ਤੂੰ ਵੀ? ਉਹ ਕਹਿੰਦੀ ਉੱਥੇ ਹੀ ਸਵਰਗਦੂਤ ਦੇ ਘਰੇ ਦਾ ਪੂਤੇ ਹੋ, ਅੱਖ ਨਹੀਂ ਲੱਗਦਾ ਸਾਡੇ। ਇੱਕ ਮੈਗੀ ਦਾ ਪੈਕਟ ਮੰਗਵਾਉਂਦੇ ਉਹ ਵੀ ਨਹੀਂ ਲੈ ਕੇ ਦਿੰਦਾ। ਚਰਚ ਵਿੱਚ ਕੁਝ ਹੋਰ ਆ ਤੇ ਘਰੇ ਕੁਝ। ਇਹ ਦੋ ਚਿੱਟੇ ਲੋਕ ਨੇ। ਕਿੰਨੇ ਚਿੱਟੇ ਆ? ਚਰਚ ਵਿੱਚ ਕੀ ਪਤਾ ਲੱਗਣਾ ਚਾਹੀਦਾ? ਮੈਂ ਆਤਮਾ ਪਾਇਆ ਹੈ। ਪਤਾ ਲੱਗਣਾ ਚਾਹੀਦਾ ਮੈਂ ਬੜਾ ਅਭਿਸ਼ੇਕ ਆ ਮੇਰੇ 'ਚ। ਤੇ ਬਾਅਦ ਵਿੱਚ ਘਰੇ ਜਾਂਦੇ ਹੋਏ, ਬਾਜ਼ਾਰ 'ਚ ਜਾਂਦੇ ਹੋਏ, ਰਿਸ਼ਤੇਦਾਰੀ 'ਚ ਜਾਂਦੇ ਹੋਏ, ਪਰਮੇਸ਼ਵਰ ਦੋ ਚਿੱਤੇ ਲੋਕਾਂ ਤੋਂ ਖੁਸ਼ ਨਹੀਂ ਹੁੰਦਾ। ਇਸਰਾਈਲੀਆਂ ਤੋਂ ਖੁਸ਼ ਸੀ ਉਹ? ਨਹੀਂ, ਕਾਸ਼ ਬੰਦ ਕਰਤਾ ਉਹਨੇ। ਮਰੋ ਤੇ ਆਏ ਹੁਣ ਤੁਸੀਂ, ਪਾਣੀ ਨਹੀਂ ਰੰਗ ਪੀਣਾ ਸੀ, ਖਾਣ ਦੇ ਲਈ ਕੁਝ ਨਹੀਂ ਸੀ ਉਹਨਾਂ ਕੋਲੇ। ਕਿਉਂ? ਉਹ ਦੋ ਚਿੱਤੇ ਸੀਗੇ। ਜਾਤਾ ਜਾਂਦੇ ਸੀਗੇ ਯਹੋਵਾ ਦੇ ਮੰਦਰ 'ਚ, ਬਲੀਦਾਨ ਜਾਜਕ ਇਹ ਬਲੀਦਾਨ ਲੈ ਮੇਰਾ ਅਤੇ ਚੜਾ ਦੇ। ਦੂਜੇ ਪਾਸੇ ਪੁੱਠੇ ਕੰਮ ਵੀ ਕਰਦੇ ਸੀ। ਜੇ ਤੁਹਾਡਾ ਮਨ ਦੋ ਚਿੱਤਾ ਹੈ ਤਾਂ ਜਦ ਮਨ ਨੂੰ ਠੀਕ ਕਰੋ। ਮਨੁੱਖਾਂ ਨੂੰ ਵਿਖਾਉਣ ਦੇ ਲਈ ਨਾ ਕਰੋ। ਆਹ ਸਦੂਕੀ ਫਰੀਸੀ ਕਰਦੇ ਸੀਗੇ। ਜੀਵਨ ਠੀਕ ਨਹੀਂ ਸੀ ਉਹਨਾਂ ਦੇ। ਜਦ ਉਹਨਾਂ ਨੂੰ ਪਰਸਨਲੀ ਲੋਕ ਮਿਲਦੇ ਸੀ, ਜੀਵਨ 'ਚ ਗੜਬੜੀਆਂ ਸੀ। ਪਰ ਪ੍ਰਾਰਥਨਾ ਵਾਲੇ ਲੰਬਾ, ਯਿਸੂ ਮਸੀਹ ਕਹਿੰਦਾ ਇਹ ਵਿਖਾਵੇ ਲੰਮੀਆਂ ਲੰਮੀਆਂ ਪ੍ਰਾਰਥਨਾ ਕਰਦੇ ਆ। ਵਿਖਾਵੇ ਲਈ ਨਾ ਕਰੋ। ਪਰਮੇਸ਼ਵਰ ਤੁਹਾਡਾ ਦਿਲ ਜਾਣਦਾਗਾ। ਤੁਸੀਂ ਅੰਦਰੋਂ ਕਿਵੇਂ ਦੇ ਹੋ ਉਹ ਤੁਹਾਨੂੰ ਦੇਖਦਾਗਾ। ਕੰਮ ਤੁਹਾਡੇ ਬਾਹਰਲੇ ਕੰਮਾਂ ਦਾ ਨਹੀਂ, ਤੁਹਾਡੇ ਅੰਦਰ ਦਾ ਵੀ ਹੋਣਾ ਨਿਆ।
ਤੁਹਾਡਾ ਅੰਦਰ ਕਿਵੇਂ ਦਾ ਹੈਗਾ, ਤੁਹਾਡੀ ਅੰਦਰਲੀ ਸੋਚ ਕਿਵੇਂ ਦੀ ਹੈ। ਉੱਪਰੋਂ ਜੈਮ ਸਿੰਘ ਭੈਣ ਜੀ, ਜੈਮ ਸਿੰਘ ਭਾਈ ਜੀ ਅੰਦਰੋਂ ਇਹ ਕਿੱਧਰ ਆ ਗਏ ਸਾਡੇ ਘਰੇ, ਯਾ ਚਾਹ ਬਣਾਉਣੀ ਪੈ ਗਈ। ਹੁਣ ਖੁਦਾ ਤੁਹਾਡੇ ਦਿਲ ਜਾਣਦਾ ਹੈ। ਦੋ ਚਿੱਤੇ ਮਨੁੱਖਾਂ ਤੋਂ ਖੁਦਾ ਖੁਸ਼ ਨਹੀਂ ਹੈ। प्रभु का वचन कहता, हे दो चित्ते लोगो अपने हृदय को पवित्र करो, अपना मन पवित्र करो। प्रभु को प्रभु ये दो मना मन मेथों दूर कर, मेरे मन को पवित्र कर। मैं किसे जो मैं चर्च चा ओवे दा ही मैं घरे होवां। हालेलुया। जानते कई भैनों के पति क्यों नहीं यीशु मसीह नूं मनदे गे? कई तां मजबूरी नहीं समझ आउंदी, कईयां नूं, कईयां भैनों का जीवन ठीक ना होने दे कारण पति की आज्ञाकारी नहीं है, पति की दीनता नहीं है। कलाम की कहता, हे पत्नी अपने पति दे जे विश्वास नहीं भी करते तां भी ओदे दीन रहना है। हालेलुया। आही प्रॉब्लम है। अपना मन जिहो जे तुसी चर्च विच हो ना, पास्टर दे सामने हो तुसी, उवें दे तुसी अपने घर विच भी उवें दे हो। तुसी शहर विच जा रहे हो तां भी तुसी उवें दे हो। ਇੱਥੇ ਆਰਾਧਨਾ ਕਰਦੇ, ਪ੍ਰਭੂ ਤੇਰਾ ਧੰਨਵਾਦ, ਪ੍ਰਭੂ ਮੈਨੂੰ ਦੀਨ ਕਰ, ਨਮਰ ਕਰ। ਬਾਜ਼ਾਰ 'ਚ ਜਾਂਦੇ ਆ, ਕੋਈ ਮਾੜਾ ਜਿਹਾ ਸਾਈਡ ਜੀ ਮਾਰਦਾ, ਖੜ ਜਾਂਦੇ ਉਹਦੇ ਸਾਹਮਣੇ, ਉਹ ਵਿਅਕਤੀ ਨੂੰ ਲੱਗਦਾ ਲੈ ਵੀ ਅੱਜ ਮੈਂ ਤਾਂ ਗਿਆ। ਏਦਾਂ ਦੀ ਕ੍ਰਿਸਚੀਅਨ ਬਣਨਾ ਨਹੀਂ ਹੈ। ਨਮਰ ਇੱਥੇ ਨਹੀਂ ਆ ਤੇ ਨਮਰ ਬਾਜ਼ਾਰ 'ਚ ਵੀ ਤੇ ਨਮਰ ਘਰੇ ਵੀ। ਸਾਡਾ ਮਾਪਿਓ ਮਾਤਾ ਪਿਤਾ ਨੂੰ ਪਤਾ ਲੱਗਣਾ ਚਾਹੀਦਾ ਮੇਰੀ ਬੇਟੀ ਮੇਰਾ ਬੇਟਾ ਸੱਚਮੁੱਚ ਪਰਮੇਸ਼ਰ ਦੇ ਅਧੀਨ ਹੈ। ਵਿਖਾਵੇ ਦੀ ਜ਼ਿੰਦਗੀ ਨਾ ਜੀਓ। ਹਾਲੇਲੂਇਆ, ਹਾਲੇਲੂਇਆ। ਮੈਂ ਜਦ ਜੱਕੀ ਦਾ ਜੀਵਨ ਵੇਖਦਾ ਹਾਂ, ਜੱਕੀ ਬਹੁਤ ਵਧੀਆ ਇਨਸਾਨ ਹੈ। ਔਰ ਜਾਣਦੇ ਜਦ ਯਿਸੂ ਮਸੀਹ ਜੱਕੀ ਨੂੰ ਕਹਿੰਦਾ, ਹੇ ਜੱਕੀ ਅੱਜ ਮੈਂ ਤੇਰੇ ਘਰ ਰਵਾਂਗਾ, ਜੱਕੀ ਬੜਾ ਆਨੰਦ ਹੋਇਆ, ਬੜਾ ਖੁਸ਼ ਹੋਇਆ, ਦਵਾ ਦਵ ਥੱਲੇ ਉਤਰਿਆ, ਪ੍ਰਭੂ ਨੂੰ ਆਪਦੇ ਘਰੇ ਲੈ ਗਿਆ। ਭੀੜ ਬੁੜਬੁੜ ਕਰੀ, ਅੱਜ ਪਾਪੀ ਦੇ ਘਰ ਰੋਟੀ ਖਾਊਗਾ। यीशु मसीह किथे गया? एक पापी दे घरे गया। हालेलुया। और जानते जकई जिवें गया, जकई दे घर यीशु मसीह गया, जकई की कहंदा, कहंदा प्रभु जिन्ना मैं गलत तरीके नाल कमाया है मैं वापस करदा। हालेलुया। अन्याय ना कमाया है, जिन्नी कमाई मैं गलत तरीके नाल कमाई है, प्रभु मैं अद्धी वंडदा, मैं वापस करदा हां। प्रभु यीशु कहंदे अज इस घर च मुक्ति आ गई। क्यों मुक्ति आ गई है? क्योंकि उन्हें पश्चाताप किया, आ काम उन्हें किया, अपने आप च दुखी होया। मैं क्यों बेईमानी ना पैसा कमाया, क्यों मैं गलत तरीके ना कमाई की, वो दुखी होया। प्रभु बोले नहीं आ, जो जकई नूं एक नहीं कहता तेरे घरे अज रवांगे, रस्ता काफी लंबा होएगा, काफी गल्लां बातां होंदियां होणगीआं, पर यीशु मसीह बोलिया कुछ भी। जकई दे घरे भी चले जांदागा, उत्थे भी लोग बुड़बुड़ कर रहे होणगे, उत्थे भी यीशु मसीह कुछ नहीं बोले। यीशु मसीह बोले कदों? परमेश्वर तुहाडे लई बोलेगा कदों? जदों तुसीं अपना जीवन ठीक करोगे। जदों ने कहता ना प्रभु ये सारा गलत तरीके नाल कमाया होया धन। हालेलुया। कलाम कहता है कि वो एक धनी व्यक्ति सीगा। जकई कौन सीगा? अमीर दा सीगा, पर अमीर अपनी चंगी कमाई दे नाल नहीं सी। वो कलैक्टर ऑफिसर सीगा, चुंगी लैण वाला सीगा। 50 रखी है 100 रुपया लैंदा होएगा, 100 रुपया रखा 200 लैंदा होएगा, वध लैंदा सीगा। अपनी कमाई ते संतुष्ट नहीं सी। बेईमानी कर करके, गलत काम कर करके उन्हें बहुत अमीर हो गया। शायद उन्हें लगदा सीगा कि पैसा ही सारा कुछ है, पर जदों यीशु मसीह दे दर्शन हुंदे आ, यीशु मसीह दा मुलाकात हुंदी है, कुछ खूबी ये देखी गई कि जकई जिहड़ा है यीशु मसीह को चमत्कार लैण नहीं गया सी। बहुत वड्डी भीड़ सीगी, कोई तां नाल सीगे, कोई ना माड़ा पल्ला छूण ते ठीक हो जाएगी, कई तां चंगियाई लैण वाले बंदे सीगे ते कुछ नहीं। अज यीशु मसीह वड्डा काम करूगा, अज फिर 2-3 मच्छियां होणगीआं ते 5 करोड़ सारे रज के खावांगे। कुछ खाण दे चक्कर सीगे ते कुछ चमत्कार दे चक्कर सी। ते तीजी पार्टी किहड़ी सी? वेखांगे यार लंगड़ा किवें चलदा है, मुर्दा किवें जी उठदा है। ये सारे इंटरटेनमेंट करने वाले बंदे सी। जकई इदां दा, जकई किदां दा सीगा? कहंदा मैं उहनूं वेखना चाहुंदा हां,
ਜਾਨੀ ਕਿ ਯਿਸੂ ਮਸੀਹ ਦੇ ਲਈ ਉਹ ਯਿਸੂ ਮਸੀਹ ਨੂੰ ਪਤਾ ਲੱਗ ਗਿਆ ਇਹ ਬੰਦੇ ਦੇ ਵਿਚਾਰ ਇਹਨਾਂ ਨਾਲ ਮੈਚ ਨਹੀਂ ਕਰਦੇ, ਤਾਂ ਮੇਰੇ ਲਈ ਰੁੱਖ ਤੇ ਚੜਿਆ ਖੜਾ ਕਿਉਂਕਿ ਕੱਦ ਦਾ ਛੋਟਾ ਸੀਗਾ। ਹਾਲੇਲੂਇਆ। ਰੁੱਖ ਦੇ ਥੱਲੇ ਆ ਕੇ ਪ੍ਰਭੂ ਤਾਂ ਦੇਖਦੇ, ਹੇ ਜਕਈ ਅੱਜ ਤੇਰੇ ਘਰ ਵਿੱਚ ਮੈਂ ਰਵਾਂਗਾ। ਹਾਲੇਲੂਇਆ। ਦੇਖੀਏ ਜਕਈ ਨੇ ਤਾਂ कहता भी मैं सारा कुछ वापस दिंदा हाँ, प्रभु मैं अपना जीवन ठीक करता हाँ। आज देखिए तुहाडे चों किन्ने जकई आ, तुहाडे चों किन्ने जकई आ जिहड़ा अपना जीवन अज ठीक करना चाहुंदे। सवाल इत्थे खड़ा हो जाएगा, नहीं हाली रुक जाइए पास्टर जी, कोई ना प्रभु जानदा है, हाली ठहर जी। अज रात दा तुहाडा भरोसा नहीं, अज रात वो आ जांदा है ते तुसीं उहदे नाल नहीं जा सकदे। जे अज रात यीशु मसीह आ जाता है तुसीं उहदी दुल्हन की तरह उठाए नहीं जाओगे जेकर जकई दे वांग तुसीं तौबा नहीं कीती तां। व्यर्थ हो जाएगा तुहाडा सारा, तुहाडी कीती हुई भगती, तुहाडे कीते हुए दानपन, तुहाडे रखे हुए रोजे की हो जाणगे सारे व्यर्थ। जे जकई दे वांग अज जकई ने टाइम नहीं लाया, कोई ना दूजी बारी यीशु मसीह नूं बुलावांगे, यीशु मसीह नूं चंगा खाना खुना खवावांगे, कोई ना माफ करा लांगे पापा। नहीं, जकई नूं पता सी शायद ये मेरे को आखिरी मौका है, जिस मौके ते मैं गौर ना किया तो हो सकता मैनूं फिर कदे मौका ना मिले। जकई ने उससे तुरंत ही किया सब कुछ। हालेलुया, हालेलुया। मेरी भैनों ते भराओ, जकई वर्गा हिरदा मंगो प्रभु। अगर आपां वचन नूं पढ़िया है तो तुहाडे नेड़े तां ही आएगा। कई बार असीं कहंदे ना ना प्रभु साडे नाल है, गालां भी कढदे आ प्रभु साडे नाल, झूठ भी बोलदे आ बई प्रभु साडे नाल है, पल्ले नाल बन्निया होया सी ये नहीं छड्ड के जांदा। तुसीं धोखे विच हो। बाइबल च लिखिया घमंडियां दे नालों नहीं रहिंदा ते ना ही झूठियां नाल यारी रखदा गा। किन्ना लोकां नाल रहिंदा गा? दीन लोकां नाल, नम्र लोकां नाल, जिहड़े हिरदे दे टुटे होए लोग आ, जिन्हां ने अपना जीवन देता है उहनूं। जकई दा दिमाग खराब नहीं सीगा, करोड़ां दी जायदाद इहने वंड दित्ती, वंडी होगी दुख तां हुंदा ही होऊगा। हालेलुया। मान ला उहदे कोले 10 करोड़ जायदाद आ ते 10 करोड़ नूं वंडना सौखा नहीं पियागा, दुख तां हुंदा होगा, देन लग्या पर वो आनंद किस गल तो सी? यीशु ने कहा जिस घर च की आ गई मुक्ति। मुक्ति मतलब छुटकारा। किहड़ी गल दा? पापां तो छुटकारा, बीमारी तो छुटकारा, हर शराब तो छुटकारा। हालेलुया, हालेलुया। परमेश्वर दे नेड़े आओ। किहदे नेड़े आओ? परमेश्वर दे। मनुखां ते भरोसा रखना छड्ड दिओ, अपनी दौलत ते भरोसा रखना छड्ड दिओ, भैण भरावां ते भरोसा रखना छड्ड दिओ, परमेश्वर नूं प्रथम स्थान देवो जिन्हें तुहानूं बनाया है। एक वचन पढ़ांगे आपां, दूसरा इतिहास 15 अध्याय, जल्दी ना कटिए बच्चों, दूसरा इतिहास 15 ਦਾ 1 ਵਚਨ ਤੋਂ ਪੜ੍ਹੀਏ। ਤਾਂ ਪਰਮੇਸ਼ਰ ਦਾ ਆਤਮਾ ਉਦੇਰ ਦੇ ਪੁੱਤਰ ਅਦਰੀਆ ਉੱਤੇ ਉਤਰਿਆ। ਉਹ ਆਸਾ ਨੂੰ ਮਿਲਣ ਲਈ ਗਿਆ ਤੇ ਉਹਨੂੰ ਆਖਿਆ, ਹੇ ਆਸਾ ਅਤੇ ਸਾਰੇ ਯਹੂਦਾ ਤੇ ਬਿਨਯਾਮੀਨ ਮੇਰੀ ਸੁਣੋ, ਯਹੋਵਾ ਤੁਹਾਡੇ ਨਾਲ ਹੈ ਜਦ ਤੱਕ ਤੁਸੀਂ ਉਹਦੇ ਨਾਲ ਹੋ। ਜੇ ਤੁਸੀਂ ਉਹਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ, ਪਰ ਜੇ ਤੁਸੀਂ ਉਸ ਨੂੰ ਛੱਡਦੇ ਹੋ ਤਾਂ ਉਹ ਤੁਹਾਨੂੰ ਛੱਡ ਦੇਵੇਗਾ। ਹੁਣ ਬਹੁਤ ਸਮੇਂ ਤੋਂ ਇਜ਼ਰਾਈਲ ਬਿਨਾਂ ਸੱਚੇ ਪਰਮੇਸ਼ਰ ਅਤੇ ਬਿਨਾਂ ਸਿਖਾਉਣ ਵਾਲੇ ਜਾਜਕ ਅਤੇ ਬਿਨਾਂ ਵਿਵਸਥਾ ਦੇ ਰਹੇ ਹਨ, ਪਰ ਜਦੋਂ ਆਪਣੇ ਦੁੱਖ ਵਿੱਚ ਇਜ਼ਰਾਈਲ ਦੇ ਪਰਮੇਸ਼ਰ ਯਹੋਵਾ ਵੱਲ ਮੁੜ ਕੇ ਉਸ ਦੇ ਚਾਹਵੰਦ ਹੋਏ ਤਾਂ ਉਹ ਉਹਨਾਂ ਨੂੰ ਲੱਭ ਪਿਆ। ਆਮੀਨ। ਉਹ ਕੀ ਹੋ ਗਿਆ? ਉਹਨਾਂ ਨੂੰ ਲੱਭ ਪਿਆ। ਹੁਣ ਵਚਨ ਕੀ ਕਹਿੰਦਾ ਹੈਗਾ? जब आत्मा दाऊद के पुत्र जकरी अजरिया के ऊपर आया तब वह आसा से भेंट करने निकला और उससे कहा, हे आसा और हे सारे यहूदा और बिन्यामीन मेरी सुनो, जब तक तुम यहोवा के संग रहोगे। किहदे संग रहोगे? जिन्ना चਿਰ ਤੁਸੀਂ ਪਰਮੇਸ਼ਵਰ ਦੇ ਨਾਲ ਰਹੋਗੇ ਤੇ ਉਹ ਤੁਹਾਡੇ ਨਾਲ ਰਹੇਗਾ। ਜੇ ਤੁਸੀਂ ਉਹਨੂੰ ਛੱਡ ਦੇਵੋਗੇ ਨਾ ਤੇ ਉਹ ਵੀ ਤੁਹਾਨੂੰ ਛੱਡ ਦੇਗਾ। ਅਸੀਂ ਪਰਮੇਸ਼ਰ ਨੂੰ ਕਦੋਂ ਛੱਡਦੇ ਆ ਤੇ ਕਦੋਂ ਅਸੀਂ ਉਹਦੇ ਨਾਲ ਰਹਿੰਦੇ ਆ? ਜਦੋਂ ਅਸੀਂ ਵਚਨ ਨੂੰ ਸੁਣਦੇ ਆ
ਪਛਤਾਪ ਕਰਦੇ ਆ ਤੇ ਆਪਣੇ ਪਰਮੇਸ਼ਵਰ ਦੇ ਕੋਲੇ ਆਉਂਦੇ ਆ ਤੇ ਆਪਣੇ ਹੱਥਾਂ ਦੀ ਬੁਰਾਈ ਨੂੰ ਦੂਰ ਕਰਦੇ ਆ, ਤਾਂ ਉਸ ਵਕਤ ਪਰਮੇਸ਼ਵਰ ਸਾਡੇ ਨਾਲ ਰਹਿੰਦਾ ਤੇ ਅਸੀਂ ਉਹਦੇ ਨਾਲ ਰਹਿੰਦੇ। ਪਰ ਜਦੋਂ ਅਸੀਂ ਆਪਣੀ ਧਾਰਮਿਕਤਾ ਦੇ ਕੰਮ ਛੱਡ ਕੇ ਸਾਰੇ ਪੁੱਠੇ ਕੰਮਾਂ 'ਚ ਹੱਥ ਪਾਉਂਦੇ ਆ, ਗਲਤ ਕੰਮਾਂ 'ਚ ਜਾਂਦੇ ਆ, ਤਾਂ ਅਸੀਂ ਪਰਮੇਸ਼ਵਰ ਨੂੰ ਕਰਦੇ ਆ ਛੱਡਦੇ ਆ, ਫਿਰ ਉਹ ਵੀ ਸਾਨੂੰ ਛੱਡ दिता है। हालेलुया। परंतु जब जब वे संकट में पड़कर इजराइल के परमेश्वर यहोवा की ओर फिरे, उसको ढूंढा, तब वह उनको मिल गया। ऐਵੇਂ नहीं मिलिया। एक कलाम के वचन दे विच लिखिया है कि उन्होंने पाप तो मुड़न दे लई शपथ खाधी, सौं खाधी भी अज तो बाद विच आपां कोई नशा नहीं करना, सौं खा ली अज तो बाद विच आपां विचार नहीं करना, सौं खा ली अज तो बाद विच कोई भी गलत काम नहीं करना। फिर परमेश्वर उन्होंने मिलिया है। हालेलुया। फैसला लेना पैंदागा, निर्णय लेना पैंदागा। परमेश्वर तुहाडे निर्णय की कदर करदागा। जिन्ना चਿਰ ਤੁਸੀਂ फैसला नहीं लओगे उन्ना चਿਰ ਤੁਸੀਂ ਉਹਨੂੰ नहीं पा सकते। हन्ना ने फैसला लिया, हे प्रभु जे तू मैनूं एक पुत्र देवे तां तेरी सेवा लई मैं दे देंगी। यह हन्ना दा फैसला सीगा। हालेलुया। और प्रभु ने जब हन्ना ने फैसला लिया, प्रभु ने उहदे फैसले की कदर की। यकई ने फैसला लिया, आज तो बाद पाप वाला धंधा बंद, आज गलत तरीके नाल कमाई नहीं आपां करनी, गलत तरीके नाल लोकां लोभ करके पैसा वध नहीं लैणागा, आज तो बंद। जेड़ा लिया है ओनू खर्च करो, देवो उन्हां नूं वापस। हालेलुया। तुसी फैसला लाओगे, तुसी निर्णय लाओगे, प्रभु तुहाडे निर्णय की कदर करेगा। दूसरा इतिहास 15 वचन कहता, ये शपथ खाकर सब यहूदी आनंदित हुए, क्योंकि उन्होंने अपने सारे मन से शपथ खाई और बड़ी अभिलाषा से उसको ढूंढा, वह उनको मिला। उन्होंने की खाधी? सौ खा ली, अज तो बाद पुठे सीधे काम करने नहीं है, अज तो बाद बुरा देखना नहीं है, आज तो बाद लड़ाई झगड़ा नहीं करना, आज तो बाद ईर्खा नहीं रखनी, आज तो बाद जलन नहीं करनी। देखिए उन्होंने की खाधी? शपथ खाधी, सौ खा ली, आज तो बाद माड़े काम नहीं आप करने। ते कलाम च लिखिया, बड़ी अभिलाषा से उसको ढूंढा, बड़ी चाहत नाल उन्होंने लभण की कोशिश की ते परमेश्वर उन्होंने मिल गया। हालेलुया। और यहोवा ने चारों ओर से उन्हें विश्राम दिया, चारों सारे पासों सुख मिलिया, कोई स्थान वाला नहीं सीगा। हालेलुया। सारियां गल्लां च उन्होंने की मिलिया? विश्राम मिलिया। रीजन की सीगा? वो परमेश्वर दे वल मुड़े, परमेश्वर दे वल यतन दे नालों मुड़े, कोशिश दे नालों मुड़े। उन्होंने अपना जीवन ठीक किया। सौ खा ली अज तो बाद जिवें कई भाई सौ खाते भी अज तो बाद आप शराब नहीं पींदे ते शाम को पी जाते, सौ तोड़ देंगे। ये वो सौ नहीं सीगी, ये सौ सीगी जीना मरना, मरन तिकर ये काम नहीं करना है। इन्होंने किया की सीगा? इन्होंने खुदा की व्यवस्था के विरुद्ध चले सी। जिदन इन्होंने सौ खा के फैसला लिया अते बड़े यतन दे नाल अभिलाषा दे नाल लभ्या, प्रभु इन्होंने मिलिया। उसकी निशानी की सी? प्रभु मिलन दी सारे पासे शांति मिल गई, किसी पासों दुख नहीं सीगा, किसी पासों कष्ट नहीं सीगा। हालेलुया। अज साडियां परेशानियां क्यों है, साडियां चिंतावां क्यों है? इधरों भी सुनदे दुख है, इधरों सुनदे उदू वड्डा, इधरों सुनदे उदू वड्डा दुख है, कितने पासों भी सुख है। उसदा कारण की है? असी जीवन बदले तक सौ ही नहीं खाती। हालेलुया। अज तक खुदा ना वफादार होने दे लई फैसला ही नहीं लिया गया। इन्ना चिर हो गया मसीह विच चलदे हुए, 2022 निकल गया, 2023 आ गया। हालेलुया। प्रभु अज भी इंतजार कर रहा है किदन ने अपना मन फिराउण, किदन ने पूरी तरह बदलन। जिहड़ियां आशीषां साडे कोल आ, इस तो दुगणियां तिगणियां पेंडिंग पईयां जाण। प्रॉब्लम की? साडे कम्मां ने उन्हां नूं बंद कीता होया रस्तियां नूं। हालेलुया। हालेलुया। परमेश्वर दे नेड़े आओ, नेड़े गल्लां नाल ना आओ, जीवन नूं सुधारदे होए, अपना चरित्र सुधारदे होए
ਤੁਹਾਡਾ ਵਿਵਹਾਰ ਕਿਵੇਂ ਦਾ ਹੈ? ਤੁਸੀਂ ਘਰ ਵਿੱਚ ਕਿਵੇਂ ਰਹਿੰਦੇ ਹੋ? ਆਂਢ ਗੁਆਂਢ ਦਾ ਤੁਹਾਡਾ ਵਿਵਹਾਰ ਕਿਵੇਂ ਦਾ ਹੈਗਾ? ਰਿਸ਼ਤੇਦਾਰਾਂ ਨਾਲ ਤੁਹਾਡੇ ਰਿਸ਼ਤੇਦਾਰ ਤੁਹਾਡੇ ਬਾਰੇ ਗੱਲਬਾਤ ਕਰਨ ਜਾਣਦੇ? ਪਹਿਲੀ ਸਦੀ ਦੀ ਕਲੀਸਿਆ ਦੀ ਚਰਚਾ ਹੁੰਦੀ ਸੀਗੀ। ਕਿੱਦਾਂ ਚਰਚਾ ਹੁੰਦੀ ਸੀ ਪਹਿਲੀ ਸਦੀ ਦੀ ਕਲੀਸਿਆ ਦੀ? ਕਲਾਮ 'ਚ ਲਿਖਿਆ ਉਹ ਸਾਰੇ ਇੱਕ ਮਨ ਰਹਿੰਦੇ ਸੀਗੇ, ਆਪਸ 'ਚ ਭਾਈਵਾਲ ਸੀ। ਲੋਕ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਸੀਗੇ, ਲੋਕ ਉਹਨਾਂ ਦੇ ਵਿਖੇ ਆਨੰਦ ਕਰਦੇ ਸੀਗੇ। ਕਿਉਂ ਆਨੰਦ ਕਰਦੇ ਸੀਗੇ? ਯਾਰ ਇਹ ਰੱਬ ਦਾ ਡਰ ਮੰਨਦੇ ਆ, ਇਹਨਾਂ ਨੇ ਆਪਣਾ ਜੀਵਨ ਬਦਲ ਲਿਆਗਾ, ਇਹਨਾਂ ਨੇ ਆਪਣਾ ਸੁਭਾਅ ਬਦਲ ਲਿਆਗਾ। ਹੁਣ ਇਹਨਾਂ ਅੰਦਰ ਗਲਤ ਸੁਭਾਅ ਨਹੀਂ ਆ, ਇਹਨਾਂ ਦੇ ਜੀਵਨ ਤੋਂ ਪਤਾ ਲੱਗਦਾਗਾ ਤੁਸੀਂ ਪਰਮੇਸ਼ਵਰ ਦੀ ਅੰਜੀਲ ਹੋ। ਅਸਲ 'ਚ ਲੋਕ ਸਾਨੂੰ ਪੜ੍ਹਦੇ ਆ, ਉਹ ਬਾਈਬਲ ਨਹੀਂ ਪੜ੍ਹਦੇਗੇ। ਪਾਸਟਰ ਤਰਸੇਮ ਕਿਵੇਂ ਦਾ ਹੈਗਾ? ਭਾਈ ਸੁਖਚੈਨ ਕਿਵੇਂ ਦਾ ਹੈਗਾ? ਮਨਦੀਪ ਕਿਵੇਂ ਦਾ ਹੈਗਾ? ਇਹਨਾਂ ਦਾ ਸੁਭਾਅ, ਤੁਹਾਡੇ ਕੰਮ ਪਰਮੇਸ਼ਵਰ ਨੂੰ ਪ੍ਰਗਟ ਕਰਨੇ ਚਾਹੀਦੇ ਆ। ਸੁਭਾਅ ਝੂਠ ਮਾਰਨ ਵਾਲਾ ਹੈ ਆਪਣਾ। ਝੂਠ ਕੌਣ ਬੋਲਦਾ ਹੁੰਦਾ ਹੈ? ਸ਼ੈਤਾਨ। ਅਗਰ ਨਿੱਕੀ ਨਿੱਕੀ ਗੱਲ ਤੇ ਤੁਸੀਂ ਝੂਠ ਬੋਲਦੇ ਹੋ ਨਾ, ਨਿੱਕੀ ਨਿੱਕੀ ਗੱਲ ਤੇ, ਇਹ ਨਾ ਕਿਹਾ ਕਰੋ ਮੇਰੇ ਅੰਦਰ ਪਵਿੱਤਰ ਆਤਮਾ, ਕਿਉਂਕਿ ਜਿਹਦੇ ਅੰਦਰ ਪਵਿੱਤਰ ਆਤਮਾ ਆਇਦਾ ਝੂਠ ਬੋਲ ਹੀ ਨਹੀਂ। ਜੇ ਕਿਤੇ ਗਲਤੀ ਨਾ ਉਹ ਝੂਠ ਬੋਲ ਵੀ ਦੇਵੇ, ਰਾਤ ਨੂੰ ਨੀਂਦ ਨਹੀਂ ਆਏਗੀ, ਰੋਏਗਾ, ਭੁੱਬਾ ਮਾਰੇਗਾ, ਕਿਵੇਂ ਮੇਰੀ ਜ਼ੁਬਾਨ 'ਚ ਝੂਠ ਨਿਕਲ ਗਿਆ। ਪਵਿੱਤਰ ਆਤਮਾ ਪਾਏ ਹੋਏ ਬੰਦੇ ਦੀ ਚਿੰਨ੍ਹ ਨੇ, ਉਹ ਕਿਸੇ ਨਾਲ ਲੜਦਾ ਨਹੀਂ ਆ। ਅਗਰ ਗਲਤੀ ਨਾ ਕਿਤੇ ਬੋਲ ਵੀ ਪਵੇ, ਉਹ ਰੋਂਦਾਗਾ, ਭੁੱਬਾ ਮਾਰਦਾ, ਪ੍ਰਭੂ ਕਿਉਂ? ਇਹ ਮੇਰਾ ਜੀਵਨ ਇੰਨਾ ਕੰਮਾਂ ਲਈ ਨਹੀਂ ਆ, ਤੈਨੂੰ ਪ੍ਰਗਟ ਕਰਨ ਵਾਸਤੇ ਹੈ। ਹਾਲੇਲੂਇਆ, ਹਾਲੇਲੂਇਆ। ਸੋ ਮੇਰੇ ਪਿਆਰੋ ਤੇ ਭਰਾਓ, ਹੁਣ ਤੁਸੀਂ ਜਦ ਇਸ ਵਚਨ ਨੂੰ ਸੁਣਿਆ, ਜਕਈ ਦੇ ਵਾਂਗ ਇੱਕ ਫੈਸਲਾ ਲੈ ਕੇ ਜਗ੍ਹਾ ਤੋਂ ਉੱਠਣਾ ਹੈ। ਫਿਰ ਦੇਖੋ, ਹੁਣ ਜਦੋਂ ਏਦਾਂ ਤੁਸੀਂ ਸਹੀ ਹੋ ਕੇ ਖੁਦਾ ਨਾਲ ਚੱਲੋਗੇ ਨਾ, ਤੁਸੀਂ ਪਰਮੇਸ਼ਰ ਦੇ ਨੇੜੇ ਆ ਗਏ ਤੇ ਪਰਮੇਸ਼ਰ ਤੁਹਾਡੇ ਨੇੜੇ ਆ ਗਿਆ। ਫਿਰ ਜਿਹੜਾ ਪਿਛਲੇ ਹਫਤੇ ਵਚਨ ਸੁਣਿਆ ਉਹ ਕੰਮ ਕਰੇਗਾ, ਨਹੀਂ ਤਾਂ ਨਹੀਂ ਕਰੇਗਾ। ਨਹੀਂ ਤਾਂ ਕਿਉਂਕਿ ਰਿਸ਼ਤਾ ਨਹੀਂ ਨਾ ਖੁਦਾ ਨਾਲ। ਸਿੱਕਵਾ ਦੇ ਬੱਚਿਆਂ ਦਾ ਰਿਸ਼ਤਾ ਹੀ ਨਹੀਂ ਸੀ ਖੁਦਾ ਦੇ ਨਾਲ, ਪਤਾ ਹੀ ਨਹੀਂ ਸੀਗਾ। ਪੌਲਸ ਬੋਲਦਾ ਸੀ, ਸਭ ਕੁਝ ਹੁੰਦਾ ਸੀ। यूहन्ना ਬੋਲਦਾ ਸੀ, ਸਭ ਕੁਝ ਹੁੰਦਾ ਸੀ। ਪਤਰਸ ਬੋਲਦਾ ਸੀ, ਸਭ ਕੁਝ ਹੁੰਦਾ ਸੀ। ਅੱਜ ਸਾਡੇ ਲਈ ਕਿਉਂ ਨਹੀਂ ਹੁੰਦਾ? ਕਿਤੇ ਨਾ ਕਿਤੇ ਮਿਸਟੇਕ ਹੈਗੀ ਹੈ ਜੀਵਨ 'ਚ। ਖੁਦਾ 'ਚ ਕਮੀ ਨਹੀਂ ਆ, ਖੁਦਾ ਬਦਲ ਨਹੀਂ ਗਿਆ, ਪਰਮੇਸ਼ਵਰ ਦੀ ਸਾਮਰਥ ਘੱਟ ਨਹੀਂ ਹੋ ਗਈ। ਉਹਦਾ ਵਚਨ ਕਹਿੰਦਾਗਾ, ਮੇਰਾ ਹੱਥ ਛੋਟਾ ਨਹੀਂ ਹੈ ਕਿ ਮੈਂ ਬਚਾਵਾਂ ਨਾ, ਮੇਰੇ ਕੰਨ ਭਾਰੇ ਨਹੀਂ ਆ ਕਿ ਮੈਂ ਸੁਣਾ ਨਾ। ਤੁਹਾਡੀਆਂ ਬਦੀਆਂ ਨੇ ਤੁਹਾਡੇ ਪਰਮੇਸ਼ਰ ਦਾ ਮੂੰਹ ਤੁਹਾਡੇ ਤੋਂ ਲੁਕਾ ਦਿੱਤਾ ਕਿ ਉਹ ਨਾ ਸੁਣੇ। ਹਾਲੇਲੂਇਆ। ਸਾਡੇ ਪਾਪਾ ਦੇ ਘਰ ਨਹੀਂ ਉਹ ਸੁਣਦਾਗਾ। ਸਾਡੇ ਗਲਤ ਕੰਮਾਂ ਨੂੰ ਜਦੋਂ ਦੇਖਦਾ ਹੈ ਨਾ, ਇੱਕ ਗੱਲ ਧਿਆਨ ਨਾਲ ਸੁਣੀਏ, ਜਿੰਨਾ ਚਿਰ ਇੱਕ ਭੈਣ, ਇੱਕ ਭਾਈ, ਇੱਕ ਬੇਟੀ, ਇੱਕ ਬੇਟਾ, ਹੁਣ ਘਰ 'ਚ 4-5 ਜੀ ਹੈ, ਇਹ ਨਹੀਂ ਵੀ ਇੱਕ ਨੇ ਤੋਬਾ ਕੀਤੀ ਵੀ ਇੱਕ ਠੀਕ ਚੱਲ ਰਿਹਾ ਹੈ ਤੇ ਬਾਕੀ ਠੀਕ ਨਹੀਂ ਚੱਲ ਰਿਹਾ ਵੀ ਇਹਦਾ ਵੀ ਉਧਾਰ ਹੋ ਜਾਏਗਾ। ਜਿਹੜਾ ਠੀਕ ਚੱਲ ਰਿਹਾ ਉਧਾਰ ਉਹਦਾ ਹੀ ਹੋਣਾਗਾ। ਹਾਲੇਲੂਇਆ। ਜੇ ਪਿਓ ਪਾਪ ਕਰਦਾ ਹੈ ਤੇ ਪਿਓ ਦੀ ਜਗ੍ਹਾ ਪੁੱਤਰ ਮਰੇਗਾ, ਜੇ ਪੁੱਤਰ ਕਰਦਾ ਹੈ ਤੇ ਪੁੱਤਰ ਦੀ ਜਗ੍ਹਾ ਤੇ ਪਿਓ ਨਹੀਂ ਮਰੇਗਾ। ਜਿਹੜਾ ਕੰਮ ਕਰਦਾ ਹੈ ਉਹਨੂੰ ਲੇਖਾ ਦੇਣਾ ਪੈਣਾ ਹੈ। ਹਾਲੇਲੂਇਆ। ਇਸੇ ਲਈ ਮੇਰੇ ਪ੍ਰਾਣ ਦੇ ਭਰਾਓ, ਜਕਈ ਦੇ ਵਰਗਾ ਹਿਰਦਾ ਰੱਖਣਾ। ਅੱਜ ਇੱਕ ਨਵਾਂ ਇੱਥੋਂ ਉੱਠਣਾ ਹੈ ਨਾ, ਤੇ ਇੱਕ ਫੈਸਲਾ ਲੈ ਕੇ ਜਾਣਾਗਾ। ਪ੍ਰਭੂ ਅੱਜ ਮੈਂ ਫੈਸਲਾ ਲੈ ਕੇ ਜਾਂਦੀ, ਮੈਂ ਜਾਂਦਾ ਹਾਂ ਜਿਹੜੇ ਜਿੰਨੇ ਵੀ ਤੁਸੀਂ ਕੰਮ ਕੀਤੇ ਆ ਪਿਛਲੇ, ਉਸ ਦਾ ਕੱਲ ਹੀ ਕੀਤੇ ਹੋਣ, ਅੱਜ ਹੀ ਰਿਪੈਂਡੈਂਸ ਕਰੋ, ਅੱਜ ਹੀ ਉਹ ਤੋਂ ਮਨ ਫਿਰਾ ਲਓ। ਹੋ ਸਕਦਾ ਹੈ ਕੱਲ ਪ੍ਰਭੂ ਆ ਜਾਏ। ਅੱਜ ਸਵੇਰ ਇੱਕ ਗਰੁੱਪ 'ਚ ਕਿਸੇ ਭਾਈ ਨੇ ਮੈਸੇਜ ਪਾਇਆ ਸੀਗਾ, ਹਾਲੇਲੂਇਆ, ਔਰ ਮੈਨੂੰ ਬਹੁਤ ਉਹਦੇ ਦਿਲ ਨੂੰ ਛੂਹਿਆ। ਜਿਹੜੇ ਲੋਕ ਜੀਵਨ ਠੀਕ ਨਹੀਂ ਨਾ ਕਰ ਰਹੇਗੇ, ਉਹ ਇੱਕ ਦਿਨ ਰੋਣਗੇ। ਕਿਉਂ ਰੋਣਗੇ? ਕਿਉਂਕਿ ਯਿਸੂ ਮਸੀਹ ਉਹਨਾਂ ਲੋਕਾਂ ਨੂੰ ਲੈਣ ਆਏਗਾ ਜਿਹੜੇ ਲੋਕ ਤਿਆਰ ਆ। ਕਿਹਨਾਂ ਨੂੰ ਲੈਣ ਆਏਗਾ? ਤਾਂ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਜੀ, ਹਾਲੀ ਸਮਾਂ ਬਹੁਤ ਪਿਆ ਹੈ, ਇਹਦਾ ਮਤਲਬ ਉਹ 5 ਮੂਰਖ ਕੁਆਰੀਆਂ ਵਰਗੇ ਨੇ। ਕੋਈ ਗੱਲ ਨਾ, ਵੇਖੀ ਜਾਊਗੀ, ਜਦੋਂ ਆਊਗਾ ਵੇਖੀ ਜਾਊ। ਜਦੋਂ ਆਇਆ
ਤੇ ਜਿਹੜੇ ਤਿਆਰ ਸੀ ਉਹਨਾਂ ਨੂੰ ਲੈ ਕੇ ਚਲਾ ਗਿਆ ਤੇ ਬਾਅਦ 'ਚ ਬੂਹਾ ਖੜਕਾ ਰਹੀਆਂ, ਸਾਡੇ ਲਈ ਵੀ ਖੋਲ ਕੇ, ਤਾਂ ਮੈਂ ਜਾਣਦਾ ਹੀ ਨਹੀਂ ਹੈ ਤੁਸੀਂ ਕੌਣ ਹੋ। ਵੇਟ ਤਾਂ 10 ਇਕੱਠੇ ਕਰ ਰਹੇ ਸੀ ਨਾ, ਇਦਾਂ ਹੀ ਸੀ ਨਾ, ਵੇਟ ਤਾਂ 10 ਜਣੇ ਕਰ ਰਹੇ ਸੀ ਨਾ। ਫਿਰ 5 ਚਲੇ ਗਿਆ, ਪੰਜਾਂ ਦੀ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਹੈ। ਕਾਰਨ ਇਹ, ਉਹਨਾਂ ਨੇ ਖੁਦਾ ਦੇ ਧੀਰਜ ਦੀ ਵੈਲਿਊ ਨਹੀਂ ਜਾਣੀਗੀ। ਮਤਲਬ ਧੀਰਜ ਮਤਲਬ ਆਇਆ ਨਹੀਂ, ਲੇਟ ਤਾਂ ਹੋ ਗਿਆ ਕਿ ਸ਼ਾਇਦ ਅਜੇ ਵੀ ਸੁਧਰ ਜਾਣ, ਅਜੇ ਵੀ ਸੁਧਰ ਜਾਣ, ਅਜੇ ਵੀ ਇਹ ਜੀਵਨ ਠੀਕ ਕਰ ਲੈਣ। ਹਾਲੇਲੂਇਆ। ਸੋ ਇਦਾਂ ਦੇ ਨਾ ਬਣੀਏ, ਪਤਾ ਨਹੀਂ ਹੈ ਕੱਲ ਜਿਉ ਆ ਜਾਂਦਾ ਹੈ। ਤਿਆਰ ਰਹੀਏ ਹਰ ਸਮੇਂ। ਆਈਏ ਅੱਖਾਂ ਨੂੰ ਬੰਦ ਕਰੀਏ, ਸਿਰਾਂ ਨੂੰ ਝੁਕਾਈਏ, ਖੁਦਾ ਨੂੰ ਕਹੀਏ